ਨਾਨਕ ਅੰਗਦ ਗੁਰੂ ਅਮਰਦਾਸ ਪਾਦ ਬੰਦ ਰਾਮਦਾਸ ਅਰਜਨ ਗੁਰੂ ਬਰ ਸਿਰੇ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਦੁਨੀਆ ਦੇ ਕਿਸੇ ਪੱਖ ਨੂੰ ਵਿਚਾਰੀਏ ਉਹਦੇ ਤਿੰਨ ਨੁਕਤੇ ਹਨ। ਪਹਿਲਾ ਕਾਰਨ, ਦੂਜੀ ਘਟਨਾ ਤੇ ਤੀਜਾ ਨਤੀਜਾ। ਆਪਾਂ ਇੱਥੇ ਅੱਜ ਅਚੇਚੇ ਤੌਰ ਤੇ ਆਏ ਹਾਂ। ਇਹਦਾ ਕਾਰਨ ਹੈ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ। ਇਹ ਆਪਾਂ ਪ੍ਰਕਾਸ਼ ਦਿਹਾੜੇ ਮਨਾਉਂਦੇ ਕਿਉਂ ਆ? ਇਹਦਾ ਜਵਾਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ। ਬਾਣੀਆਂ, ਕਹਾਣੀਆਂ ਪੁੱਤ ਸਪੁੱਤ ਕਰੇਨ। ਭਾਵ ਬਜ਼ੁਰਗਾਂ ਦੀਆਂ ਕਹਾਣੀਆਂ ਨੂੰ ਵਿਚਾਰ ਕਰਕੇ ਪੁੱਤ ਸਪੁੱਤ ਬਣ ਸਕਦੇ ਹਨ। ਵਿਦਵਾਨਾਂ ਨੇ ਤਿੰਨ ਕਿਸਮਾਂ ਲਿਖੀਆਂ ਨੇ ਪੁੱਤਰਾਂ ਦੀਆਂ। ਜੋ ਮਾਪਿਆਂ ਕੋਲੋਂ ਮਿਲਿਆ, ਬੱਚਿਆਂ ਨੂੰ ਜਨਮ ਦੇ ਕਰਕੇ ਤੇ ਉਹਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਕੇ ਬੰਦਾ ਦੁਨੀਆ ਤੋਂ ਤੁਰ ਗਿਆ, ਉਹਨੂੰ ਪੁੱਤ ਕਹਿੰਦੇ ਨੇ। ਨਾ ਕੋਈ ਵਧਾਇਆ ਨਾ ਕੋਈ ਘਟਾਇਆ। ਯਾਦ ਰੱਖਣਾ ਗੱਲ ਕੌੜੀ ਹੈ, ਬੱਚੇ ਤਾਂ ਪਸ਼ੂਆਂ ਦੇ ਵੀ ਹੁੰਦੇ ਨੇ। ਜੇ ਆਪਾਂ ਬੱਚਿਆਂ ਕਰਕੇ ਮਹਾਨ ਬਣੀਏ ਤੇ ਬੱਚੇ ਪਸ਼ੂਆਂ ਦੇ ਵੀ ਨੇ। ਦਰਅਸਲ ਮਨੁੱਖ ਦੇ ਸੰਸਾਰ ਵਿੱਚ ਆਉਣ ਦਾ ਕਾਰਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਆਇਓ ਸੁਣ ਪੜ੍ਹਨ ਕੋ ਬਾਣੀ। ਗੁਰਮੁਖਾ, ਜੇ ਤੈਨੂੰ ਵਾਹਿਗੁਰੂ ਨੇ ਮਨੁੱਖਾ ਜਨਮ ਦਿੱਤਾ ਹੈ ਨਾ, ਤੇ ਬਾਣੀ ਨੂੰ ਸੁਣ, ਬਾਣੀ ਨੂੰ ਪੜ੍ਹ ਤੇ ਨਾਲ ਬਾਣੀ ਤੇ ਚੱਲਣ ਦਾ ਯਤਨ ਵੀ ਕਰ। ਮੰਜੀ ਸਾਹਿਬ ਤੋਂ ਮੈਂ ਆਮ ਤਕਰੀਬਨ ਬੇਨਤੀ ਕਰਦਾ ਰਹਿਣਾ ਹੈ, ਅਸੀਂ ਇਹ ਪੰਕਤੀ ਰੋਜ਼ਾਨਾ ਪੜ੍ਹਦੇ ਹਾਂ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਾਓ। ਬਾਣੀ ਨੂੰ ਸੁਣ, ਬਾਣੀ ਨੂੰ ਮੰਨ ਤੇ ਆਪਣੀ ਬਿਰਤੀ ਨੂੰ ਬਾਹਰ ਮੁਖੀ ਬਣਾਉਣ ਦੀ ਬਜਾਏ ਅੰਦਰ ਝਾਤੀ ਮਾਰ। ਜਦੋਂ ਕਿਤੇ ਗੁਰਬਾਣੀ ਦਾ ਕੋਈ ਸ਼ਬਦ ਸੁਣਦੇ ਜੇ ਨਾ, ਉਹ ਸ਼ਬਦ ਨਾਲ ਆਪਣੇ ਜੀਵਨ ਨੂੰ ਕੰਪੇਅਰ ਕਰਿਆ ਕਰੋ, ਤੋਲਿਆ ਕਰੋ ਵੀ ਮੇਰਾ ਜੀਵਨ ਉਹੋ ਜਿਹਾ ਬਣਿਆ ਕਿ ਨਹੀਂ ਬਣਿਆ। ਅਗਰ ਬਣਿਆ ਤੇ ਗੁਰੂ ਕਾ ਧੰਨਵਾਦ, ਨਹੀਂ ਬਣਿਆ ਤੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰੀਏ, ਪਾਤਸ਼ਾਹ ਕਿਤੇ ਮੇਰੇ ਤੇ ਵੀ ਕਿਰਪਾ ਕਰ। ਤੋ ਗੁਰੂ ਬਾਬਾ ਕਹਿੰਦਾ ਹੈ, ਬਾਬਿਆਂ ਦੀਆਂ ਕਹਾਣੀਆਂ ਅਸੀਂ ਤਾਂ ਪੜ੍ਹਦੇ ਤੇ ਸੁਣਦੇ ਹਾਂ ਕਿਤੇ ਪੁੱਤ ਸਪੁੱਤ ਬਣ ਜਾਣ। ਕਪੁੱਤ ਉਹ ਹੁੰਦਾ ਹੈ ਜਿਹੜਾ ਬਾਪ ਦੀ ਪੱਗ ਨੂੰ ਨੀਵਿਆਂ ਕਰਦੇ। ਸਪੁੱਤ ਉਹ ਹੈ ਜਿਹਦੇ ਕਰਕੇ ਲੋਕੀ
ਬਾਪ ਨੂੰ ਜਾਣਨ ਵੀ ਫਲਾਣੇ ਦਾ ਪੁੱਤ ਬੜਾ ਮਾਨ ਸੀ। ਸ਼ਹੀਦ ਭਗਤ ਸਿੰਘ ਦਾ ਜੀਵਨ ਸਾਨੂੰ 10ਵੀਂ ਜਮਾਤ ਵਿੱਚ ਲੱਗਾ। ਉਸ ਕਿਤਾਬ ਵਿੱਚ ਮੈਂ ਪੜ੍ਹਿਆ ਕਿ ਬਾਪੂ ਕਿਸ਼ਨ ਸਿੰਘ ਸਰਦਾਰ ਸ਼ਹੀਦ ਭਗਤ ਸਿੰਘ ਦਾ ਬਾਪ ਕਹਿੰਦਾ, ਪੁੱਤਰਾ ਪੜ੍ਹਾਈ ਕਰਿਆ ਕਰ, ਇਹ ਭੁਲੇਖੇ ਦੇ ਨਾਲ ਰਹੀ ਕਿ ਤੂੰ ਕਿਸ਼ਨ ਸਿੰਘ ਦਾ ਪੁੱਤ ਹੈ, ਅਜੀਤ ਸਿੰਘ ਦਾ ਭਤੀਜਾ ਹੈ। ਪਰ ਅੱਗੇ ਇਤਿਹਾਸਕਾਰ ਲਿਖਦਾ ਵੀ ਬਾਪੂ ਕਿਸ਼ਨ ਸਿੰਘ, ਤੈਨੂੰ ਕੀ ਪਤਾ ਵੀ ਲੋਕੀ ਭਗਤ ਸਿੰਘ ਕਰਕੇ ਤੈਨੂੰ ਜਾਣਨਗੇ। ਭਾਵ ਭਗਤ ਸਿੰਘ ਨੇ ਆਪਣੇ ਬਾਪ ਦੇ ਨਾਂ ਨੂੰ ਰੋਸ਼ਨ ਕਰ ਦਿੱਤਾ। ਲਫ਼ਜ਼ ਆਪਾਂ ਪੜ੍ਹਿਆ ਬਾਬਾ, ਇਹਨੂੰ ਆਮ ਆਪਾਂ ਕਾਮਨ ਬੋਲਦੇ ਆ, ਬਾਬਾ ਉਮਰ ਕਰਕੇ ਕੋਈ ਨਹੀਂ, ਅਕੋਰਡਿੰਗ ਟੂ ਗੁਰੂ ਕੀ ਬਾਣੀ। ਬਾਬਾ ਕਹਿੰਦੇ, ਇਹ ਬਾਬਾ ਸ਼ਬਦ ਇਰਾਨੀ ਭਾਸ਼ਾ ਦਾ ਸ਼ਬਦ ਹੈ ਤੇ ਬਾਬੇ ਦੇ ਅਰਥ ਨੇ ਬਜ਼ੁਰਗ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਉਮਰ ਕਿੰਨੀ ਕੁ ਹੈ? ਪਰ ਆਪਾਂ ਕਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨਹੀਂ ਕਿਹਾ। ਉਹਨਾਂ ਨੇ ਇਹੋ ਜਿਹੇ ਕਾਰਨਾਮੇ ਕੀਤੇ ਵੀ ਸਾਡੇ ਪੂਰਨ ਯੋਗ ਬਣ ਗਏ। ਬਾਬੇ ਤੂੰ ਭਾਵ ਬਜ਼ੁਰਗ, ਤੇ ਬਜ਼ੁਰਗ ਕਰਮਾਂ ਕਰਕੇ ਵਰਿਆ ਕਰਕੇ ਨਹੀਂ। ਜੇ ਆਪਾਂ ਕਹਿੰਦੇ ਵੀ ਇਹਨੇ ਵਰਿਆ ਕਰਕੇ ਬਜ਼ੁਰਗ ਬਣ ਗਿਆ ਤੇ ਭੁਲੇਖਾ ਹੈ। ਇਹ ਸਾਡਾ ਭੁਲੇਖਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੋ ਵੇਰਾਂ ਤੋੜਦਾ ਹੈ। ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਦੇ ਆ, ਸਵੇਰੇ ਆਸਾ ਦੀ ਵਾਰ ਦਾ ਕਈ ਗੁਰਮੁਖ ਪਿਆਰੇ ਪਾਠ ਕਰਦੇ ਨੇ, ਕਈ ਕੀਰਤਨ ਸੁਣਦੇ ਨੇ। ਪੌੜੀ ਇੱਕੋ ਇੱਕ ਦੋ ਟਾਈਮ ਤੇ ਪੜ੍ਹੀ ਜਾਂਦੀ ਹੈ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਬਾਪ ਨੂੰ ਦੁਸ਼ਟ ਆਖਿਆ ਗਿਆ, ਪੁੱਤ ਨੂੰ ਸੰਤ ਤੇ ਭਗਤ ਆਖਿਆ ਗਿਆ। ਕਾਰਨ ਬਾਪ ਦੇ ਅੰਦਰ ਮੈਂ ਤੇ ਪੁੱਤ ਦੇ ਅੰਦਰ ਤੂੰ ਹੈ। ਤੁਸੀਂ ਗੁਰੂ ਦੀਵਾਨ ਵਿੱਚ ਆਇਓ, ਆਪਾਂ ਸਾਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿੱਖ ਹਾਂ ਤੇ ਸਾਨੂੰ ਕੋਈ ਇਹ ਕਹਿ ਦੇ ਵੀ ਭਾਈ ਸਾਹਿਬ ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਦੇ, ਵੇਦ ਮਾੜੇ ਨੇ? ਨਹੀਂ, ਬਿਲਕੁਲ ਨਹੀਂ। ਪਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੋਕਦਮ ਕਰਾਰੀ ਜਾਓ ਕਰੋ, ਹਾਜ਼ਰ ਹਜ਼ੂਰ ਖੁਦਾਏ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾਂ ਸਿਉ ਸੰਗ ਨ ਛੁੜਕਿਓ, ਅਦਕ ਅੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲ ਨਾ ਜਾਈ। ਚਾਰ ਵੇਦਾਂ ਦੇ ਚਾਰ ਮਹਾਵਾਕ ਨੇ, ਆਇੰ ਆਤਮ ਬ੍ਰਹਮ, ਤਤਵਮਸੀ, ਪ੍ਰਗਿਆਨਮਾਨੰਦ, ਅੰਗ ਬ੍ਰਹਮ ਅਸਮੀ। ਚੌਂ ਦਾ ਅਰਥ ਹੈ ਮੈਂ ਰੱਬ ਹਾਂ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਤੇਰੀ ਗਲਤੀ ਹੈ। ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਰੱਬ ਨਹੀਂ। ਜਦੋਂ ਮੈਂ ਪਾਸੇ ਹੋ ਗਈ ਉਦੋਂ ਰੱਬ ਮਗਰ ਮਗਰ। ਇਹ ਪੰਕਤੀ ਮੈਂ ਪੜ੍ਹੀ, ਤੁਸੀਂ ਆਰਾਮ ਨਾਲ ਕਹਿੰਦੇ ਵੀ ਗਿਆਨੀ ਜੀ ਰੱਬ ਮਗਰ ਮਗਰ। ਹਾਂ, ਬਾਬਾ ਕਬੀਰ ਦਾ ਪਾਵਨ ਸ਼ਲੋਕ ਅਸੀਂ ਪੜ੍ਹਦੇ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਤੇ ਮਨ ਨਿਰਮਲ ਹੋਵੇਗਾ ਤੂੰ ਕਰਕੇ, ਮੈਂ ਕਰਕੇ ਨਹੀਂ। ਗੁਰਮੁਖੋ, ਜਿਸ ਬਾਬੇ ਨੂੰ ਆਪਾਂ ਚੇਤੇ ਕਰੇ ਆ, ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰੇ ਗਿਆਨੀ ਜੀ ਨੇ ਜਿਹੜੀ ਸਾਖੀ ਆਪਾਂ ਪ੍ਰਚਲਿਤ ਤੋਂ ਖੁੱਲ੍ਹ ਕੇ ਤੁਹਾਨੂੰ ਸੁਣਾ ਦਿੱਤੀ ਹੈ ਵੀ ਮਾਤਾ ਗੰਗਾ ਜੀ ਗਏ, ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ। ਇਹਦੇ ਨਾਲ ਇੱਕ ਥੋੜਾ ਜਿਹਾ ਇਹ ਨੁਕਤਾ ਪੱਲੇ ਬੰਨਣ ਵਾਲਾ ਹੈ, ਪੁੱਤ ਗੁਰੂ ਨੇ ਦਿੱਤਾ, ਬਾਬੇ ਬੁੱਢੇ ਨੇ ਨਹੀਂ। ਅਸੀਂ ਗ੍ਰੰਥੀ ਹਾਂ, ਅਸੀਂ ਅਰਦਾਸ ਕਰ ਸਕਦੇ ਹਾਂ, ਲੇਕਿਨ ਦਾਤ ਗੁਰੂ ਨੇ ਦੇਣੀ ਹੈ। ਅਸੀਂ ਗੁਰੂ ਤੋਂ ਵੱਡੇ ਨਹੀਂ। ਬਾਬਾ ਬੁੱਢਾ ਗੁਰੂ ਘਰ ਦੇ ਗ੍ਰੰਥੀ ਨੇ ਤੇ ਉਹਨਾਂ ਕੋਲ ਅਰਦਾਸ ਨਾ ਕਰਾਈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਬੁੱਢਿਆ ਮੈਂ ਤੇਥੋਂ ਕਦੇ ਓਲੇ ਨਾ ਹੋਸਾਂ। ਉਹ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ। ਉਹ ਅੱਜ ਦੇ ਸਾਡੇ ਵਾਂਗੂ ਕਮਰਸ਼ੀਅਲ ਗਿਆਨੀ ਨਹੀਂ, ਅੱਜ ਦਾ ਕਮਰਸ਼ੀਅਲ ਗਿਆਨੀ ਬਣ ਗਿਆ ਹੈ। ਅਸੀਂ ਆਉਨੇ ਆ ਨਾ, ਗੱਲਾਂ ਬੜੀਆਂ ਸਟੇਜਾਂ ਤੇ ਕਰਦੇ ਆ ਤੇ ਪਹਿਲਾਂ ਟੋਕੇ ਕਹਿੰਦੇ ਜੀ ਇੰਨੀ ਭੇਟਾ ਲਵਾਂਗੇ, ਤੇ ਲੋਕਾਂ ਨੂੰ ਕਹਿੰਦੇ ਤਿਆਗੀ ਵਿਰਾਗੀ। ਜਿਹੜਾ ਐਦਾ ਬਣ ਗਿਆ ਉਹਦੇ ਮਗਰ ਮਗਰ ਪਾਇਆ। ਇਸ ਪਾਸੇ ਮੈਂ ਨਾ ਜਾਵਾਂ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ
9 ਸਾਲ ਦੀ ਉਮਰ 'ਚ ਗੁਰਤਾ ਗੱਦੀ ਤੇ ਸਮਾਇਮਾਨ ਹੋਇਆ। ਪਾਤਸ਼ਾਹ ਨੇ 2 ਸ੍ਰੀ ਸਾਹਿਬਾਂ ਪਹਿਨੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਜਿਹੜੀ ਮੀਰੀ ਦੀ ਹੈ ਨਾ, ਇਹਦਾ ਕਰਮ ਜ਼ੁਲਮ ਨੂੰ ਖਤਮ ਕਰਨਾ ਹੈ, ਲੇਕਿਨ ਪੀਰੀ ਦੀ ਸ੍ਰੀ ਸਾਹਿਬ ਕਹਿੰਦੀ ਹੈ ਨਵਾਜਣ ਨੂੰ ਪੁੱਜਦਾ ਕੋਈ ਨਹੀਂ, ਉਹਨੂੰ ਗੁਰੂ ਘਰ ਨਵਾਜੇਗਾ ਵੀ। ਇੱਕ ਹੋਰ ਨੁਕਤਾ ਜੇ, ਤੁਸੀਂ ਦੁਨੀਆ ਦੇ ਹਜ਼ਾਰਾਂ ਗ੍ਰੰਥ ਪੜ੍ਹੋ, ਤੁਹਾਨੂੰ ਹਰ ਥਾਂ ਤੇ ਤਲਵਾਰ ਲਫ਼ਜ਼ ਮਿਲੇਗਾ, ਤਲਵਾਰ। ਲੇਕਿਨ ਜਦੋਂ ਗੁਰੂ ਘਰ ਦੀ ਗੱਲ ਆਵੇਗੀ ਨਾ, ਉੱਥੇ ਤਲਵਾਰ ਨਹੀਂ, ਉੱਥੇ ਕਿਰਪਾਨ ਸ਼ਬਦ ਵਰਤਿਆ। ਜਿਹੜਾ ਸਿੱਖ ਹੈ ਇਹਦਾ ਬਾਕੀ ਨਾਲੋਂ ਫਰਕ ਕੀ ਹੈ, ਇਹ ਤਲਵਾਰ ਦੀ ਵਰਤੋਂ ਨਹੀਂ ਕਰਦਾ, ਇਹ ਕਿਰਪਾਨ ਦੀ ਵਰਤੋਂ ਕਰਦਾ। ਕਿਰਪਾਨ ਦਾ ਭਾਵ ਕਿਰਪਾ ਕਰਨੀ ਹੈ, ਕਿਉਂਕਿ ਅਸੀਂ ਸਿੱਖ ਹਾਂ। ਸਿੱਖ ਦੀ ਬਣਤਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਰਸੂਤ। ਜਿਹੜਾ ਸਿੱਖ ਹੈ ਨਾ, ਉਹਦੇ ਅੰਦਰ 2 ਗੁਣ ਮਹਾਨ ਨੇ, ਇੱਕ ਦਇਆ ਇੱਕ ਸੰਤੋਖ। ਜਦੋਂ ਦਇਆ ਤੇ ਸੰਤੋਖ ਦੋਵੇਂ ਇਕੱਠੀਆਂ ਹੋ ਗਈਆਂ, ਸਿੱਖ ਦਾ ਜੀਵਨ ਮੁਕੰਮਲ। ਤਲਵਾਰ ਜ਼ੁਲਮ ਕਰਦੀ ਹੈ, ਕਿਰਪਾਨ ਕਿਰਪਾ ਕਰਦੀ ਹੈ। ਅਖਬਾਰਾਂ ਵਿੱਚ ਰੌਲਾ ਜਿਹਾ ਪਿਆ, ਕੱਲ ਪਰਸੋਂ ਮੈਂ ਅਖਬਾਰ ਪੜ੍ਹਿਆ ਤੇ ਉਹ ਗੱਲ ਕੁਦਰਤੀ ਮੋਰੇ ਮੈਂ ਲੈ ਕੇ ਨਹੀਂ ਆ, ਸੁਭਾਵਕ ਮੇਰੇ ਦਿਮਾਗ 'ਚ ਆ ਗਈ। ਕਿਰਨ ਬੇਦੀ ਕੋ ਜਨਾਨੀ ਹੈ ਸਿਰ ਮੁੰਨੀ, ਉਹਨੇ ਸਾਡਾ ਮਜ਼ਾਕ ਉਡਾਇਆ ਵੀ ਸਿੱਖਾਂ ਦੇ 12 ਵੱਜ ਗਏ। ਇਹ ਮੈਂ ਅਖਬਾਰਾਂ 'ਚ ਪੜ੍ਹਿਆ, ਮੈਨੂੰ ਨੈਟ ਨੂਟ ਪੜ੍ਹਨ ਦੀ ਨਾ ਮੈਨੂੰ ਕਰਨ ਦੀ ਇਜਾਜ਼ਤ ਤੇ ਨਾ ਪੜ੍ਹਨ ਦੀ। ਮੈਂ ਪੰਜਾਬੀ ਅਖਬਾਰ ਵਿੱਚ ਪੜ੍ਹਿਆ ਵੀ ਉਹਨੇ ਆਖਿਆ ਸਿੱਖਾਂ ਦੇ 12 ਵੱਜ ਗਏ। ਪਤਾ ਨਹੀਂ ਕਿੱਥੇ ਆ ਕੇ, ਮੈਨੂੰ ਨਹੀਂ ਪਤਾ। ਲੇਕਿਨ ਸਿੱਖਾਂ ਦੇ ਜਿਹੜੇ 12 ਵਜਣ ਦੇ ਨਾ, ਇਹ ਸਾਡੇ ਮਾਣ ਵਾਲੀ ਗੱਲ, ਸਿਰ ਨੀਵਾਂ ਕਰਨ ਵਾਲੀ ਗੱਲ ਨਹੀਂ। ਆਪਾਂ ਗੁੱਸਾ ਨਾ ਕਰਿਆ ਕਰੀਏ, ਜੇ ਗੁੱਸਾ ਕਰਦੇ ਹੋ ਤਾਂ ਗਾਂ ਤੋਂ ਨਹੀਂ ਕਰਨਾ। ਇਹ ਮਾਣ ਵਾਲੀ ਗੱਲ ਹੈ। ਮੇਰੇ ਪਿੰਡ ਤੋਂ 6 ਮੀਲ ਪਿੰਡ ਹੈ ਕਸੂਰ ਸ਼ਹਿਰ। ਮੇਰਾ ਪਿੰਡ ਬਿਲਕੁਲ ਬਾਰਡਰ ਤੇ ਹੈ, ਖੇਮ ਕਰਨ ਖੀੜ ਤੇ ਮੇਰਾ ਪਿੰਡ ਭੂਰੇ ਕੋਨਾ ਹੈ। ਮੇਰੇ ਪਿੰਡ ਤੋਂ ਬਿਲਕੁਲ 6 ਮੀਲ ਕਸੂਰ ਸ਼ਹਿਰ ਹੈ। ਉਥੋਂ ਦੇ ਹਾਕਮ ਨੇ ਬ੍ਰਾਹਮਣੀ ਖੋਲੀ। ਜੇ ਮੈਂ ਕੋਲੋਂ ਗੱਲ ਬਣਾਈ ਨਾ ਤੇ ਮੇਰੇ ਤੇ 295 ਲੱਗ ਸਹੀ ਤੇ ਲਾ ਸਕਦੇ ਨੇ ਕਿ ਗਿਆਨੀ ਤੁਸੀਂ ਸਾਡੇ ਧਰਮ ਇੰਟਰਫੀਅਰ ਕੀਤਾ ਹੈ। ਪੰਥ ਪ੍ਰਕਾਸ਼ ਪੜੋ। ਸਾਡੇ ਵਡੇਰੇ ਘੱਟ ਤੋਂ ਘੱਟ ਸਾਲ ਵਿੱਚ 2 ਵਾਰ ਅਕਾਲ ਤਖਤ ਸਾਹਿਬ ਮੱਥਾ ਟੇਕਣ ਜਾਂਦੇ ਸਨ। ਜਾਨ ਕੁਰਬਾਨ ਕਰਕੇ ਵੀ ਜਾਂਦੇ ਸਨ। ਜਾਨ ਦੀ ਪਰਵਾਹ ਨਹੀਂ, ਪਰ ਗੁਰੂ ਕੇ ਸਰਬ ਇਸ਼ਨਾਨ ਕਰਨਾ ਹੀ ਕਰਨਾ ਹੈ। ਮੈਂ ਇਸ ਪਾਸੇ ਨਾ ਜਾਵਾਂ। ਉਸ ਸਮੇਂ ਆਪਣੇ ਚ ਕਈ ਬੰਦੇ ਬੜੇ ਭੋਲੇ ਨੇ, ਜਜ਼ਬਾਤੀ ਹੋ ਕਹਿਣਗੇ ਗਿਆਨੀ ਜੀ 14 ਅਪ੍ਰੈਲ ਨੂੰ ਕੋ ਵਿਸਾਖੀ ਆ ਗਈ। ਪਿਆਰਿਓ, ਆਪਾਂ ਅਪ੍ਰੈਲ ਦੇ ਸਿੱਖ ਨਹੀਂ। ਸਾਡਾ ਧਾਰਮਿਕ ਦਿਨ ਹੈ ਵਿਸਾਖ। ਇਹ ਵਿਸਾਖ 13 ਨੂੰ ਆ ਜੇ, 15 ਨੂੰ ਆ ਜੇ, 17 ਨੂੰ ਆ ਜੇ, ਇਸ ਤਾਂ ਵਿਸਾਖੀ ਮਨਾਉਣੀ ਹੈ ਨਾ। ਜਿੱਦਣ ਅੰਮ੍ਰਿਤ ਸੰਚਾਰ ਹੋਇਆ 1699 ਨੂੰ, ਉਦੋਂ 30 ਮਾਰਚ ਨੂੰ ਵਿਸਾਖੀ ਸੀ। ਜਿਹੜੇ ਆਪਾਂ ਕਹਿੰਦੇ ਅਪ੍ਰੈਲ, ਜਿਹੜਾ 1699 ਨੂੰ ਵਿਸਾਖੀ ਮਨਾਈ ਨਹੀਂ, ਜਦੋਂ ਕਲਗੀਧਰ ਪਾਤਸ਼ਾਹ ਨੇ ਪੰਜਾਂ ਦੇ ਸਿਰ ਕੱਟ ਕੇ ਨਵਾਂ ਜੀਵਨ ਦਿੱਤਾ, ਉਦੋਂ 30 ਮਾਰਚ ਨੂੰ ਸੀ। ਜਿਹੜੀ ਵਿਸਾਖੀ ਦੀ ਮੈਂ ਗੱਲ ਕਰਨ ਲੱਗਾ, 30 ਅਪ੍ਰੈਲ ਨੂੰ ਵਿਸਾਖੀ ਗੁਰੂ ਪੰਥ ਇਕੱਠਾ ਹੋਇਆ। ਇੱਕ ਬ੍ਰਾਹਮਣ ਭਰਾ ਰੋਂਦਾ ਰੋਂਦਾ ਕਹਿਣ ਲੱਗਾ ਮੇਰੀ ਬ੍ਰਾਹਮਣੀ ਨੂੰ ਕਸੂਰ ਦਾ ਪਠਾਨ ਚੁੱਕ ਕੇ ਲੈ ਗਿਆ। ਕਈਆਂ 'ਚ ਜੋਸ਼ ਹੁੰਦਾ, ਗੁਰੂ ਕੇ ਸਿੱਖਾਂ ਜਿਹੜਾ ਅੰਮ੍ਰਿਤ ਹੈ ਨਾ, ਇਹ ਸਾਨੂੰ ਮਰਿਆਂ ਨੂੰ ਜੀਵਨ ਦਿੰਦਾ ਹੈ। ਆ ਕਈ ਬੰਦੇ, ਮੈਨੂੰ ਇੱਕ ਬੰਦੇ ਨੇ ਸਵਾਲ ਕੀਤਾ, ਗਿਆਨੀ ਜੀ ਤੁਹਾਡੇ ਸਿੱਖਾਂ 'ਚ ਲੜਦੇ ਬੜੇ ਨੇ। ਉਹਨੇ ਤਾਂ ਜਾਣ ਕੇ ਟਾਂਚ ਲਾਈ। ਮੈਂ ਕਿਹਾ ਕਦੇ ਮੜੀਆਂ 'ਚ ਲੜਾਈ ਵੇਖੀ, ਕਦੇ ਕਬਰਾਂ 'ਚ ਲੜਾਈ ਵੇਖੀ? ਕਹਿਣ ਲੱਗਾ ਜੀ ਮੈਂ ਸਮਝਿਆ ਨਹੀਂ। ਮੈਂ ਕਿਹਾ ਜਿੱਥੇ ਹੈ ਨਹੀਂ ਮਰੇ ਉੱਥੇ ਲੜਾਈ ਕਾਹਦੀ? ਜਿੱਥੇ ਕਿਤੇ ਜਿਉਂਦੇ ਉੱਥੇ ਲੜਾਈ ਹੋਵੇਗੀ। ਠੰਡਾ ਹੋ ਗਿਆ। ਜਿੱਥੇ ਮਰੇ ਨੇ ਉੱਥੇ ਲੜਾਈ ਕਾਹਦੀ? ਮੈਂ ਗੱਲ ਨੂੰ ਲਮਕਾਵਾਂ ਨਾ। ਬ੍ਰਾਹਮਣ ਭੁੱਬਾਂ ਮਾਰ ਕੇ ਰੋ ਪਿਆ। ਹਰੀ ਸਿੰਘ ਭੰਗੀ ਪੰਜਵੜ ਦਾ ਰਹਿਣ ਵਾਲਾ ਸਰਦਾਰ ਹੈ, ਪੰਜਵੜ ਪਿੰਡ ਝਬਾਲ ਦੇ ਲਾਗੇ ਹੈ। ਉਹਨੇ ਬ੍ਰਾਹਮਣ ਦੀਆਂ ਅੱਖਾਂ 'ਚ ਪਾਣੀ ਵੇਖਿਆ, ਕਹਿਣ ਲੱਗਾ, ਮੋਢੇ ਤੇ ਹੱਥ ਰੱਖਿਆ, ਕਹਿਣ ਲੱਗਾ ਭਰਾਵਾ ਕਾਲ ਤਖਤ ਹੈ, ਇੱਥੇ ਰੋਣ ਨੂੰ ਕੋਈ ਜਗ੍ਹਾ ਨਹੀਂ। ਕਹਿਣ ਲੱਗਾ ਸਰਦਾਰਾ ਕਿਵੇਂ ਨਾ ਰੋਵਾਂ, ਮੇਰੀ ਬ੍ਰਾਹਮਣੀ ਨੂੰ ਕਸੂਰ ਦੇ ਹਾਕਮ ਚੱਕ ਕੇ ਲੈ ਗਏ ਨੇ।
ਕਹਿਣ ਲੱਗਾ ਜ਼ਮਾਨਾ ਗਿਆ, ਹੁਣ ਗੁਰੂ ਕਾ ਖਾਲਸਾ ਹੈ, ਤੇ ਖਾਲਸੇ ਦੇ ਹੁੰਦਾ ਉਹ ਕਿਸੇ ਦੀ ਧੀ ਭੈਣ ਤੇ ਹਮਲਾ ਨਹੀਂ ਕਰ ਸਕਦਾ, ਕਿਉਂਕਿ ਸਾਡੇ ਗੁਰੂ ਦਾ ਸੰਦੇਸ਼ ਹੈ, ਪਰ ਬੇਟੀ ਕੋ ਬੇਟੀ ਜਾਣੇ, ਪਰ ਮਾਤਾ ਕੋ ਮਾਤ ਬਖਾਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਸਾਡਾ ਕਰੈਕਟਰ ਹੈ। ਸਾਨੂੰ ਕਲਗੀਧਰ ਬਾਪੂ ਨੇ ਇਹਨਾਂ ਸੁਚੇਤ ਕੀਤਾ ਹੈ, ਸੁਧ ਜਪਤੇ ਹਮ ਲਈ ਬਚਨ ਗੁਰਦੈ ਹਮਾਰੇ, पूत यही प्रण तोए प्राण जबला खड़ थारे, निज नारी के साथ नेऊ तुम नित बढ़ाइयो, पर नारी की सेज पूर सुपने होना चाहिए। असी सुपने दे विच भी पराए बिस्तरे ते नहीं जाना। हरी सिंह भंगी कहन लगा, वीरा मन ते बोझ ना पा, तू अकाल तख्त आया है, ਇਹ ਰੱਬ ਦਾ ਤਖਤ ਹੈ, ਰੱਬ ਦਾ ਤਖਤ ਸਾਰਿਆਂ ਤੇ ਰਹਿਮਤਾਂ ਕਰਦਾ, ਤੇਰੀ ਬ੍ਰਾਹਮਣੀ ਮੈਂ ਕੱਲ ਨੂੰ ਤੈਨੂੰ ਲਿਆ ਕੇ ਸਪੁਰਦ ਕਰ ਦਿਆਂਗਾ। ਨਾਲ ਦੇ ਸਿੰਘ ਕਹਿਣ ਲੱਗੇ, ਹਰੀ ਸਿੰਘਾ ਕੰਮ ਬੜਾ ਕਠਿਨ ਹੈ, ਤੂੰ ਕਾਹਲੀ ਬੜੀ ਕੀਤੀ ਹੈ, ਤੈਨੂੰ ਪਤਾ ਵੀ ਲਾਹੌਰ ਦੀਆਂ ਕਿੰਨੀਆਂ ਗੜੀ, ਕਸੂਰ ਦੀਆਂ ਕਿੰਨੀਆਂ ਗੜੀਆਂ ਨੇ। ਕਹਿਣ ਲੱਗਾ ਕਿੰਨੀਆਂ ਹੋਣ, ਪਰ ਮੈਂ ਇਹਦੇ ਨਾਲ ਵਾਅਦਾ ਕੀਤਾ। ਕਹਿਣ ਲੱਗਾ ਪਿਆਰਿਆ, ਕੱਲ ਨੂੰ ਠੀਕ 12 ਵਜੇ ਤੇਰੀ ਧਰਮ ਪਤਨੀ ਤੇਰੀ ਕੋਲ ਹੋਵੇਗੀ। ਤੇ ਨਾਲ ਦੇ ਸਿੰਘਾਂ ਨੂੰ ਕਹਿਣ ਲੱਗਾ ਵੀ ਜੇ ਤਾਂ ਆਪਾਂ ਉਹ ਬੀਬੀ ਨੂੰ ਲੈ ਕੇ ਆ ਗਏ, ਸਤਿਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਾਂਗੇ, ਤੇ ਜੇ ਅਸੀਂ ਸ਼ਹੀਦ ਹੋ ਗਏ ਤੇ ਸਾਡੀ ਅਰਦਾਸ ਕਰਦੇ ਆ ਜੇ ਸਤਿਗੁਰੂ ਪਾਤਸ਼ਾਹ ਸਾਨੂੰ ਚਰਨਾਂ ਵਿੱਚ ਥਾਂ ਦੇਣ। ਔਰ ਉਹ ਸਰਦਾਰ ਹਰੀ ਸਿੰਘ ਭੰਗੀ ਨੇ 30,000 ਸਿੰਘਾਂ ਦੇ ਸਮੇਤ ਕਸੂਰ ਤੇ ਹਮਲਾ ਕਰਕੇ ਉਸ ਬੀਬੀ ਨੂੰ ਛੁਡਾ ਕੇ ਲਿਆਂਦਾ। ਤੇ ਮੇਰੇ ਸਿੱਖ ਭਰਾਓ ਤੇ ਭੈਣੋ, ਗੁੱਸਾ ਨਾ ਕਰਿਆ ਕਰੋ, ਇਹ ਮਾਣ ਵਾਲੀ ਗੱਲ ਹੈ। ਜਿਹੜਾ ਕੋਈ ਟੀਚਰ ਕਰਦਾ ਉਹਨੂੰ ਆਖੋ ਵੀ ਭਰਾਓ ਜੇ ਕਿਤੇ ਤੁਹਾਡੀ ਬੀਬੀ ਭੈਣ ਨੂੰ ਕੋਈ ਚੁੱਕ ਕੇ ਲੈ ਗਿਆ ਤੇ ਅਸੀਂ ਹੁਣ ਵੀ ਛਡਾਉਣ ਨੂੰ ਤਿਆਰ ਹਾਂ, ਅਸੀਂ ਹੁਣ ਵੀ ਉਮਰ ਛਕਿਆ। ਗੁਰੂ ਸਾਡੇ ਤੇ ਕਿਰਪਾ ਕਰੇ। ਮੈਂ ਗੱਲ ਨੂੰ ਪਾਸੇ ਨਾਲ ਜਾਵਾਂ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ, ਜਿਹੜਾ ਅਕਾਲ ਤਖਤ ਹੈ ਨਾ, ਇਹਦਾ ਅਰਥ ਹੈ ਰੱਬ ਦਾ ਤਖਤ। ਰੱਬ ਕਿਹੜਾ, ਜਿਹਦੀ ਵਿਆਖਿਆ ਸੀ ਰੋਜ਼ਾਨਾ ਗੁਰਬਾਣੀ ਚ ਪੜ੍ਹਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸੱਚ ਸੀ ਸੱਚ ਹੈ ਸੱਚ ਹੋਵੇਗਾ। ਆਪਾਂ ਜਿੰਨੇ ਬੈਠੇ ਆਪਾਂ ਨਹੀਂ ਹੋਣਾ, ਆਪਾਂ ਜਿੰਨੇ ਬੈਠੇ ਆ ਨਾ, ਪਤਾ ਨਹੀਂ ਕਿਹਦੀ ਵਾਰੀ ਕਦੋਂ ਆ ਜਾਏ, ਵਾਰੀ ਤੇ ਜਾਣਾ ਪਏਗਾ, ਲੇਕਿਨ ਸੱਚ ਹਰ ਮੌਕੇ ਹਾਜ਼ਰ ਨਾਜ਼ਰ ਹੈ। ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸੱਚ ਦਾ ਸਰੂਪ ਜੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਾਲੇ ਰੱਬ ਨਾਲੇ ਗੁਰੂ। ਤੇ ਸਾਡੇ ਗੁਰੂ 'ਚ ਵਿਸ਼ੇਸ਼ ਵਾਧਾ ਇਹ ਹੈ, ਲੋਕਾਂ ਦੇ ਗੁਰੂ ਮਰ ਜਾਂਦੇ ਹਨ। ਮੈਂ ਕਿਸੇ ਗੁਰੂ ਨੂੰ ਮਾੜਾ ਨਹੀਂ ਕਹਿੰਦਾ, ਪਰ ਸਾਡੇ ਕਰਮ ਚੰਗੇ। ਸਾਨੂੰ ਕਲਗੀਧਰ ਬਾਪੂ ਉਸ ਗੁਰੂ ਦੇ ਲੜ ਲਾ ਗਿਆ, ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ। ਇਹਨੇ ਮਰਨਾ ਨਹੀਂ, ਇਹਦਾ ਦੁਸਹਿਰਾ ਨਹੀਂ ਆਉਣਾ, ਇਹਦੀ ਬਰਸੀ ਨਹੀਂ ਆਉਣੀ। ਤੋ ਗੁਰਮੁਖੋ, ਇਹ ਅਕਾਲ ਤਖਤ ਇਹਦਾ ਤਖਤ ਹੈ। ਅੰਮ੍ਰਿਤਸਰ ਸਾਹਿਬ ਦੇ ਲਾਗੇ ਅਟਾਰੀ ਬਾਘੇ ਤੇ ਰਾਤ ਨੂੰ ਲੋਕੀ ਝੰਡਾ ਲਹਿੰਦਾ ਤੇ ਵੇਖਣ ਜਾਂਦੇ ਨੇ। ਦੁਨੀਆ ਦੇ ਜਿੰਨੇ ਮੁਲਕ ਨੇ ਉਹਨਾਂ ਦੇ ਝੰਡੇ ਰਾਤ ਨੂੰ ਲਹਿ ਜਾਂਦੇ ਨੇ, ਲੇਕਿਨ ਅਕਾਲ ਤਖਤ ਦਾ ਨਹੀਂ ਲੈਂਦਾ, ਇਹਦਾ ਨਹੀਂ ਲੈਂਦਾ। ਕਿਉਂ? ਜਿਹੜੇ ਰੱਬ ਦਾ ਰਾਜ ਕੱਲ ਸੀ, ਉਸ ਰੱਬ ਦਾ ਰਾਜ ਅੱਜ ਵੀ ਹੈ ਤੇ ਉਸ ਰੱਬ ਦਾ ਰਾਜ ਕੱਲ ਵੀ ਰਹੇਗਾ। ਇਹ ਵੱਖਰੀ ਗੱਲ ਹੈ। ਅੱਜ ਤੱਕ 5 ਵੇਰਾਂ ਇਸ ਅਕਾਲ ਤਖਤ ਦੇ ਝੰਡੇ ਨੂੰ ਲਾਉਣ ਦਾ ਯਤਨ ਕੀਤਾ। 5 ਵੇਰਾਂ, ਕੱਲਾ ਇੰਦਰਾ ਦਾ ਨਾਮ ਹੈ, ਕੋਈ 4 ਵੇਰਾਂ ਪਹਿਲਾਂ ਵੀ ਹੋ ਚੁੱਕਾ ਜੇ। 5 ਵੇਰਾਂ ਇਹ ਝੰਡੇ ਨੂੰ ਲਾਉਣ ਦਾ ਯਤਨ ਕੀਤਾ। ਜਿਨ੍ਹਾਂ ਲਾਉਣ ਦਾ ਯਤਨ ਕੀਤਾ ਉਹਨਾਂ ਦੀਆਂ ਝੰਡੀਆਂ ਪਾੜ ਗਈਆਂ, ਲੇਕਿਨ ਇਹ ਝੰਡਾ ਅਜੇ ਵੀ ਝੁਲਦਾ ਹੈ। ਉਸ ਗੁਰੂ ਤਖਤ ਉੱਪਰ ਬਾਬਾ ਬੁੱਢਾ ਜੀ ਨੂੰ ਜਿਵੇਂ ਗੁਰਦੇਵ ਨੇ ਆਗਿਆ ਕੀਤੀ, ਮੇਰੇ ਪਾਤਸ਼ਾਹ ਨੇ 2 ਸ੍ਰੀ ਸਾਹਿਬਾਂ ਪਹਿਨੀਆਂ। ਇੱਕ ਕਨਈਆ ਲਾਲ ਵਿਦਵਾਨ ਹੋਇਆ, ਉਹਨੇ ਤਰੀਕੇ ਸਿੱਖਾਂ ਲਿਖਿਆ ਉਰਦੂ ਚ। ਇਹ ਸ਼ਾਇਦ ਮੈਂ 50 ਸਾਲ ਪਹਿਲਾਂ ਪੜ੍ਹਿਆ ਸੀ ਕਿਤਾਬ ਚੋਂ।
ਉਹ ਕਹਿੰਦਾ ਵੀ ਜਿਹੜੀਆਂ ਸ੍ਰੀ ਸਾਹਿਬਾਂ ਨੇ ਨਾ, ਇਹ ਅਕਾਲ ਪੁਰਖ ਵੱਲੋਂ, ਵਾਹਿਗੁਰੂ ਵੱਲੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਵਿਸ਼ੇਸ਼ ਤੌਰ ਤੇ ਉਤਰੀਆਂ ਨੇ। ਮੈਂ ਨਾਲ ਗ੍ਰੰਥ ਦਾ ਹਵਾਲਾ ਦਿੱਤਾ ਕਿਉਂਕਿ ਗੱਲ ਬੜੀ ਔਰ ਜੀ ਵੀ ਗਿਆਨੀ ਜੀ ਕਿੱਥੋਂ ਕਿਰਪਾਨਾਂ ਹੀ ਕੌਣ ਲੈ ਕੇ ਆਇਆ, ਲੇਕਿਨ ਕਨਈਆ ਲਾਲ ਨੇ ਤਰੀਕੇ ਸਿੱਖਾਂ ਦੇ ਵਿੱਚ ਉਰਦੂ ਦੇ ਕਿਤਾਬ ਲਿਖਿਆ ਵੀ ਇਹ ਕਿਰਪਾਨਾਂ ਉਸ ਅਕਾਲ ਤਖਤ ਵੱਲੋਂ, ਅਕਾਲ ਪੁਰਖ ਵੱਲੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਮਿਲੀਆਂ। ਤੋ ਗੁਰਮੁਖੋ, ਉਸ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਅਸੀਂ ਸੱਚਾ ਪਾਤਸ਼ਾਹ ਕਹਿੰਦੇ ਆ। ਸਮੇਂ ਦੇ ਮੁਤਾਬਕ, ਕਿਉਂਕਿ ਸਮਾਂ ਸੀਮਿਤ ਹੈ ਤੇ ਗੁਰੂ ਦਾ ਇਤਿਹਾਸ ਮੁੱਕਣ ਵਾਲਾ ਨਹੀਂ। ਦਿੱਲੀ ਦੇ ਬਾਦਸ਼ਾਹ ਦੀ ਗੱਲ ਕਰਦੇ ਤੇ ਉਹਨੂੰ ਕਹਿੰਦੇ ਬਾਦਸ਼ਾਹ ਅਕਬਰ, ਬਾਦਸ਼ਾਹ ਹਮਾਯੂ, ਬਾਦਸ਼ਾਹ ਜਹਾਂਗੀਰ, ਬਾਦਸ਼ਾਹ ਸ਼ਾਹਜਹਾਨ, ਬਹਾਦਰ ਸ਼ਾਹ। ਲੇਕਿਨ ਗੁਰੂ ਸਾਹਿਬਾਨਾਂ ਦੇ ਬਾਰੇ ਜਦੋਂ ਪੜ੍ਹਦੇ ਹਾਂ ਆਪਾਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇ ਪਾਤਸ਼ਾਹ, 10 ਗੁਰੂ ਸਾਹਿਬਾਨਾਂ ਦੇ ਨਾਲ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਨਾਮ ਨਾਲ ਅਸੀਂ ਪਾਤਸ਼ਾਹ ਲਾਉਂਦੇ ਹਾਂ। ਕਾਰਨ ਕੀ ਹੈ? ਬਾਤ ਦਾ ਭਾਵ ਦਾ ਝਗੜਾ, ਬਾਤ ਦਾ ਭਾਵ ਹੈ ਲੜਾਈ। ਜਿਹੜਾ ਜ਼ਿੰਦਗੀ ਪਰਯੰਤ ਝਗੜੇ ਕਰਦਾ ਲੈ, ਲੜਾਈਆਂ ਕਰਦਾ ਲੈ, ਲੜਾਈਆਂ ਨਜਿੱਠਦਾ ਰਹੇ, ਉਹ ਬਾਦਸ਼ਾਹ। ਤੇ ਜਿਹੜਾ ਇਹ ਗੁਰੂ ਹੈ ਨਾ, ਇਹਨੂੰ ਪਾਤਸ਼ਾਹ ਤਾਂ ਕਹਿੰਦੇ ਆ, ਇਹ ਨਿਮਾਣਿਆਂ ਨੂੰ ਮਾਣ ਦੇ ਕੇ ਉਹਨਾਂ ਨੂੰ ਪੱਤ ਦਿੰਦਾ, ਪੱਤ। ਇਹ ਨਿਮਾਣਿਆਂ ਨੂੰ ਮਾਣ ਦੇ ਕੇ ਉਹਨਾਂ ਨੂੰ ਪੱਤ ਦਿੰਦਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਗਰੇ ਗਏ, ਜਹਾਂਗੀਰ ਨੇ ਸਵਾਲ ਕੀਤਾ, ਮਹਾਰਾਜ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਮੇਰਾ ਖਿਆਲ ਮੈਨੂੰ ਨਾ ਪੌਣਾ ਘੰਟਾ ਕਿਹਾ ਸੀ ਤੇ ਸਰੋਪਾ ਨਾ ਪਾਤਾ, ਵੀ ਨਾਲੇ ਪੈਸੇ ਫੜਾਤੇ ਵੀ ਗਿਆਨੀ ਜੀ ਪੈਸੇ ਚੁੱਕੋ ਤੇ ਟਤਰੋ। ਬੇਨਤੀ ਮੈਨੂੰ ਪੌਣਾ ਘੰਟਾ ਲਾ ਲੈਣ ਦਿਓ, 2 ਮਿੰਟ ਵੱਧ ਕਰਨ ਲੱਗੇ ਨੇ ਤੇ ਪੈਸਿਆਂ ਦੀ ਗੱਲ ਕਹਿੰਦੀ ਇਹ ਵੇਖੀ ਜਾਣਗੇ। ਇਹਦਾ ਭਾਵ ਦਾ ਵੀ ਗਿਆਨੀ ਸਰੋਪਾ ਪਾ ਦਿੱਤਾ ਤੇ ਗੱਲ ਤਾਂ ਲਿਫਾਫੇ ਦੀ, ਲਿਫਾਫਾ ਵੀ ਤੁਹਾਡੀ ਜੀਬ ਚਲਾ ਗਿਆ ਤੇ ਹੁਣ ਫਤਿਹ ਬੁਲਾਓ ਤੇ ਜਾਓ। ਬੇਨਤੀ ਵੀ ਮੈਂ ਤਾਂ ਅਜੇ ਗੱਲ ਰੱਬ ਨਹੀਂ ਕੀਤੀ, ਮੈਨੂੰ ਲਾ ਲੈਣ ਦਿਓ। ਉਹ ਇਹ ਹੈ, ਜਹਾਂਗੀਰ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਵੀ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਹਜ਼ੂਰ ਕਹਿੰਦੇ ਜੇ ਮੈਂ ਕਹਿਣਾ ਤੇ ਮੈਨੂੰ ਪੁੱਛੋ, ਹਾਂ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਪੁੱਛੋ ਵੀ ਸੱਚਾ ਪਾਤਸ਼ਾਹ ਕਿਉਂ ਹੈ। ਮਹਾਰਾਜ ਨੇ ਭਾਣਾ ਵਰਤਾਇਆ। ਇੱਕ ਗਰੀਬ ਸਿੱਖ ਜਿਹੜਾ ਗੁਰੂ ਨਾਨਕ ਹੈ ਨਾ, ਇਹ ਗਰੀਬਾਂ ਦਾ ਯਾਰ ਹੈ। ਅੱਜ ਦੇ ਨਕਲੀ ਗੁਰੂ ਅਮੀਰਾਂ ਦੇ ਯਾਰ ਨੇ, ਅਮੀਰਾਂ ਦੇ ਯਾਰ ਅੱਜ ਦੇ ਨਕਲੀ ਗੁਰੂ। ਬਾਣ ਦੀਆਂ ਪੰਕਤੀਆਂ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਇੱਕ ਘਾਈ ਸਿੱਖ ਮੇਰੇ ਵਰਗਾ ਗਰੀਬ, ਘਾਹ ਦੀਆਂ ਉਹਨੇ 2 ਪੰਡਾਂ ਖੋਦੀਆਂ। ਉਹ ਅੱਗੇ ਨਾਲੋਂ ਪਹਿਲਾਂ ਉੱਠਿਆ, ਘਰ ਵਾਲੀ ਨੂੰ ਕਹਿਣ ਲੱਗਾ ਕਿ ਸਵੇਰੇ ਬੜਾ ਜ਼ਰੂਰੀ ਕੰਮ ਹੈ, ਪਾਤਸ਼ਾਹ ਨੂੰ ਨਮਸਕਾਰ ਕਰਨੀ। 2 ਪੰਡਾਂ ਉਸ ਵੀਰ ਨੇ ਘਾਹ ਦੀਆਂ ਖੋਦੀਆਂ, 2 ਟਕੇ ਵੱਟੇ, 1 ਟਕਾ ਦੇ ਨਾਲ ਉਹ ਆਪਣੀ ਧਰਮ ਪਤਨੀ ਨੂੰ ਦੇ ਕਹਿਣ ਲੱਗਾ ਵੀ ਭਾਗਾਂ ਵਾਲੀਏ ਬੱਚਿਆਂ ਦੀ ਰੋਟੀ ਦਾ ਆਰ ਪਾਰ ਕਰ। 1 ਟਕਾ ਉਹਨੇ ਲੈ ਲਿਆ। ਪਹਿਰੇਦਾਰ ਨੂੰ ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਤੰਬੂ ਵੀ ਜਾਣਾ। ਤੇ ਪਹਿਰੇਦਾਰ ਕੀ ਜਾਣੇ, ਜਿਹੜੇ ਡੇਰੀਆਂ ਦੇ ਪਾਸ਼ਕ ਨੇ ਨਾ, ਉਹ ਇਹਦੀ ਵਡਿਆਈ ਨੂੰ ਨਹੀਂ ਜਾਣਦੇ। ਮੈਂ ਅੰਮ੍ਰਿਤਸਰੋਂ ਆਇਆ ਤੇ ਜਿਹੜੇ ਖੁੱਡੇ ਜਿਹੇ ਬੰਦੇ, ਖੁੱਡੇ ਜਿਹੇ ਜਿੱਥੇ ਲੋਕੀ ਐਤਵਾਰ ਜਾਂਦੇ ਨੇ, ਉੱਥੇ 2 ਬੀਬੀਆਂ ਝਾੜੂ ਮਾਰਨ। ਅੱਜ ਦੀ ਗੱਲ ਤੇ ਮੈਂ ਨਾਲ ਦੇ ਡਰਾਈਵਰ ਨੂੰ ਆਖਿਆ ਇਹਨਾਂ ਨੂੰ ਗੁਰਦੁਆਰੇ ਦਾ ਝਾੜੂ ਚੰਗਾ ਲੱਗਾ ਤੇ ਇੱਥੇ ਖੁੱਡੇ ਨੂੰ ਆਣ ਕੇ ਝਾੜੂ ਮਾਰੀ ਜਾਂਦੀਆਂ ਜੇ। ਇਹ ਗੁਰੂ ਨਾਨਕ ਦਾ ਉਹ ਦਰ ਹੈ ਜਿੱਥੇ ਦੇਵੀ ਵੀ ਆਣ ਕੇ ਝਾੜੂ ਮਾਰਦੀ ਸੀ। ਕਿਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਇਤਿਹਾਸ ਪੜ੍ਹੋ। ਜਦੋਂ ਬਾਬਾ ਲਹਿਣਾ ਜੀ ਗਏ ਨੇ ਨਾ ਤੇ ਕੀ ਵੇਖਿਆ, ਇੱਕ ਬੀਬੀ ਝਾੜੂ ਮਾਰਦੀ, ਗੁਲਾਬੀ ਕੱਪੜੇ ਪਾਏ ਨੇ, ਤੇ ਪੁੱਛਿਆ ਬੀਬੀ ਤੂੰ ਕੌਣ ਹੈ? ਕਹਿੰਦੀ ਜਿਹਨੂੰ ਤੂੰ ਮੱਥਾ ਟੇਕਣ ਜਾਣਾ ਮੈਂ ਉਹ ਦੇਵੀ ਆ। ਤੇ ਇੱਥੇ ਬੀਬੀ ਕੀ ਲੈਣ ਆਈ ਹੈ? ਕਹਿੰਦੀ ਮੈਂ ਗੁਰੂ ਨਾਨਕ ਦੇ ਦਰ ਦੀ ਮੰਗਤੀਆਂ, ਇੱਥੋਂ ਲੈ ਕੇ ਤੇ ਅੱਗੇ ਵੰਡਦੀਆਂ। ਅਸੀਂ ਸਿੱਖਾਂ, ਸਾਨੂੰ ਤਾਂ ਹੈ ਤੇ ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਬੋਏ ਥਾ ਵੇਲੇ ਕਿਨੇ ਵਿਚਾਰਿਆ। ਗੁਰੂ ਕੇ ਸਿੱਖਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ, ਮੂਲ ਨਾਲ ਟੁੱਟ ਕੇ ਬੰਦਿਆਂ ਦੇ ਪੈਰੀਂ ਗਿੱਟਿਆਂ ਨੂੰ ਨਾ ਚੰਬੜ। ਟਕਾ ਲਿਆ, ਪਹਿਰੇਦਾਰ ਨੂੰ ਪੁੱਛਿਆ
ਉਹਨੇ ਆਖਿਆ ਐ ਤੰਬੂ 'ਚ ਨੇ। ਉਹਨੂੰ ਕੀ ਪਤਾ ਵੀ ਪਾਤਸ਼ਾਹ ਕੌਣ ਹੁੰਦਾ ਹੈ। ਸਾਡਾ ਇਤਿਹਾਸ ਕਹਿੰਦਾ ਕਿ ਭਾਈ ਗਰੀਬ ਸਿੱਖ ਨੇ ਉਹ ਟਕਾ ਜਾ ਕੇ ਜਹਾਂਗੀਰ ਦੇ ਅੱਗੇ ਰੱਖਿਆ। ਜਹਾਂਗੀਰ ਹੈਰਾਨ ਵੀ ਇਸ ਸਾਦਾ ਜਿਹਾ ਬੰਦਾ ਮੈਲੇ ਜੇ ਕੱਪੜੇ ਕੀ ਲੈਣ ਆਇਆ ਹੈ। ਕਹਿੰਦੇ ਪਿਆਰਿਆ ਤੂੰ ਕੌਣ ਹੈ, ਕਾਹਦੇ ਲਈ ਆਇਆ? ਕਹਿੰਦਾ ਜੀ ਮੈਂ ਗਰੀਬ ਸਿੱਖ ਹਾਂ ਤੇਰਾ, ਮੇਰੇ ਤੇ ਕਿਰਪਾ ਕਰ, ਮੇਰਾ ਜੰਮਣ ਤੇ ਮਰਨ ਕੱਟਿਆ ਜਾਏ। ਜਹਾਂਗੀਰ ਕਹਿਣ ਲੱਗਾ ਮਿੱਤਰਾ ਭੁਲੇਖਾ ਖਾ ਗਿਆ, ਮੈਂ ਇੰਨੇ ਜੋਗਾ ਨਹੀਂ ਹੂੰ, ਮੈਂ ਇੰਨੇ ਜੋਗਾ ਨਹੀਂ। ਜੇ ਚਾਵੇਂ ਤੇ ਤੈਨੂੰ 2 ਪਿੰਡ ਦੇ ਦੇਣਾ, 2 ਪਿੰਡ। ਭਾਈ ਗੁਰਦਾਸ ਜੀ ਲਿਖਦੇ ਨੇ ਸਿੱਖ ਦੀ ਡਿਮਾਂਡ ਕੀ ਹੈ, ਅਸੀਂ ਗੁਰੂ ਕੋਲੋਂ ਕੀ ਮੰਗਣਾ ਹੈ? 4 ਪਦਾਰਥ ਆਖੀਆਂ ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਅਸੀਂ ਬਾਣੀ ਵਿੱਚ ਵੀ 4 ਪਦਾਰਥਾਂ ਦਾ ਜ਼ਿਕਰ ਕਰਦੇ ਹਾਂ, ਧਰਮ ਅਰਥ ਕਾਮ ਤੇ ਮੋਹ। ਇਹਨੂੰ ਸੰਪਰਦਾਇ ਗਿਆਨੀ ਕਹਿੰਦੇ ਨਾਮ ਪਦਾਰਥ, ਗਿਆਨ ਪਦਾਰਥ, ਪ੍ਰੇਮ ਪਦਾਰਥ, ਮੁਕਤ ਪਦਾਰਥ। ਭਾਈ ਗੁਰਦਾਸ ਕਹਿੰਦੇ ਗੁਰੂ ਦਿੰਦਾ ਤੇ ਸਿੱਖ ਕਹਿੰਦਾ ਮੈਨੂੰ ਤੂੰ ਚਾਹੀਦਾ, ਮੈਨੂੰ ਪਦਾਰਥ ਨਹੀਂ ਚਾਹੀਦੇ। ਕਿਉਂ? ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਗੁਰ ਬਣ ਤਿਨ ਹਰਿਆ ਕੀਤਿਆ, ਨਾਨਕ ਮਨੁੱਖ। ਬਾਦਸ਼ਾਹ ਦੇ ਅੱਗੋਂ ਸਿੱਖ ਨੇ ਟਕਾ ਚੁੱਕ ਲਿਆ। ਅੱਜ ਦੁੱਖ ਦੀ ਗੱਲ ਹੈ, ਵੀਰਵਾਰ ਵਾਲੇ ਦਿਨ ਸਾਡੇ ਭਾਈਚਾਰੇ ਚੋਂ ਕਬਰਾਂ ਦੀਆਂ ਮੱਥਾ ਟੇਕਣ ਲਈ ਲੈਣਾ ਲਾ ਕੇ ਖਲੋਤੇ ਹੁੰਦੇ ਨੇ। ਕਈ ਬੱਚਿਆਂ ਨੂੰ ਸਕੂਲੇ ਫੀਸਾਂ ਤੋਂ ਮਾਫੀ ਦਿਵਾਉਣ ਲਈ ਆਪਣਾ ਧਰਮ ਛੱਡ ਕੇ ਦੂਜਿਆਂ ਵਿੱਚ ਜਾ ਵੜੇ। ਆਖੇ ਜੀ ਬੱਚੇ ਫ੍ਰੀ ਪੜ ਜਾਣਗੇ। ਜੇ ਪੁੱਛਣਾ ਭਾਈ ਸ਼ਵੇਗ ਸਿੰਘ ਤੇ ਸ਼ਿਵਾਜ ਸਿੰਘ ਨੂੰ ਪੁੱਛੋ, ਜਿਨ੍ਹਾਂ ਆਪਣਾ ਆਪਾ ਕੁਰਬਾਨ ਕੀਤਾ ਸੀ, ਧਰਮੋ ਬਧਰਮ ਨਹੀਂ ਹੋਣਾ। ਸਿੱਖ ਦਾ ਨਾਅਰਾ ਕੀ ਹੈ? ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਖ ਨਾ ਜਾਵੇ। ਇਹ ਗੁਰੂ ਕੋਲੋਂ ਮੰਗੀ ਹੈ। ਸਿੱਖ ਨੇ ਟਕਾ ਚੁੱਕ ਲਿਆ। ਬਾਦਸ਼ਾਹ ਪੈਦਲ ਮਗਰ ਮਗਰ ਤੁਰਿਆ ਆਉਂਦਾ ਹੈ ਤੇ ਸਿੱਖ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ। ਮੈਂ ਤਕਰੀਬਨ ਹਰ ਰੋਜ਼ ਇਹ ਬੇਨਤੀ ਕਰਦਾ ਰਹਿਣਾ, ਜਦੋਂ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕੋ, ਉਦੋਂ ਆਪਣੇ ਮੂੰਹ 'ਚ ਇਹ ਸ਼ਬਦ ਪੜਿਆ ਕਰੋ, ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਮੇਰੇ ਵਾਹਿਗੁਰੂ ਮੈਨੂੰ ਕਿਰਪਾ ਕਰਕੇ ਡੋਲਣ ਤੋਂ ਬਚਾ ਲਈ, ਤੇ ਮੈਂ ਸਾਰੇ ਥਾਵਾਂ ਦੇ ਧੱਕੇ ਖਾ ਕੇ ਵੇਖ ਲਿਆ, ਹੁਣ ਤੇਰਾ ਦਰ ਫੜ ਲਿਆ ਤੇ ਮੇਰੀ ਘੁੱਟ ਕੇ ਬਾਂਹ ਫੜ ਲਾ। ਸਿੱਖ ਨੇ ਟਕਾ ਮੱਥਾ ਟੇਕਿਆ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਨਿਹਾਲ ਨਿਹਾਲ ਨਿਹਾਲ। ਜਹਾਂਗੀਰ ਧਰਮ ਕਰਕੇ ਗੁਰੂ ਕੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਮੈਨੂੰ ਅੱਜ ਪਤਾ ਲੱਗਾ ਵੀ ਤੈਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ। ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ। ਅਸੀਂ ਇਹਦੀ ਅਰਾਧਨਾ ਨਹੀਂ ਕਰਦੇ, ਧਾਰਥਾਂ ਤੇ ਸਹਾਇਤਾ ਕਰਦਾ। ਆ ਜਿਹੜੀ ਮੈਂ ਸਾਖੀ ਸੁਣਾਈ ਨਾ, ਇਹਦੇ ਬਿਲਕੁਲ ਨਾਲ ਦੀ ਸਾਖੀ ਹੈ। ਇਸੇ ਆਗਰੇ ਸ਼ਹਿਰ ਦੀ ਘਟਨਾ। ਇੱਕ ਸਿੱਖ ਪਰਿਵਾਰ ਦੀ ਬੀਬੀ ਗੈਰ ਸਿੱਖਾਂ ਦੇ ਘਰ ਵਿਆਹੀ ਗਈ। ਜਿਹੜਾ ਸਿੱਖ ਹੈ ਨਾ, ਇਹਦੀ ਆਪਾਂ ਵਿਆਖਿਆ ਪੜ੍ਹਦੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭੜਕੇ ਉਠਰ ਨਾਮ ਤੇ ਆਵੇ, ਉਦਮ ਕਰੇ ਭੜਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਜੇ ਗੁਰਬਾਣੀ ਗਾਉਂਦਾ ਸੁਣਦਾ ਤੇ ਫਿਰ ਸਿੱਖ ਹੈ, ਜੇ ਕੰਨਾਂ 'ਚ ਫੂਕਾਂ ਮਰਾਉਂਦਾ ਤੇ ਉਹ ਸਿੱਖ ਨਹੀਂ ਜੇ। ਹੁਣ ਕੰਨਾਂ 'ਚ ਫੂਕਾਂ ਵਾਲਾ ਪੰਥ ਵੀ ਚੱਲ ਪਿਆ ਨਾ। ਹੁਣ ਪੰਥ 2 ਤਰ੍ਹਾਂ ਦੇ ਨੇ, ਇੱਕ ਫੂਕਾਂ ਵਾਲਾ ਪੰਥ, ਇੱਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪੰਥ। ਸਾਡੇ ਤੇ ਗੁਰੂ ਕਿਰਪਾ ਕਰੇ, ਸਾਨੂੰ ਫੂਕਾਂ ਵਾਲੇ ਬਾਬਿਆਂ ਤੋਂ ਬਚਾਏ। ਉਹ ਫੂਕਾਂ ਕਿਉਂ ਮਾਰਦੇ ਨੇ? ਸੱਪਾਂ ਦਾ ਕੰਮ ਹੁੰਦਾ ਫੂਕਾਂ ਮਾਰਨਾ। ਉਹ ਜਿਹੜੇ ਬਾਬੇ ਨੇ ਨਾ, ਉਹ ਸੱਪ ਦੀ ਜੂਨ ਚੋਂ ਆਏ ਤਾਂ ਕੰਨਾਂ 'ਚ ਫੂਕਾਂ ਮਾਰਦੇ। ਉਹ ਆਪਣੀ ਆਦਤ ਨਹੀਂ ਛੱਡੀ ਉਹਨਾਂ ਨੇ। ਸਿੱਖ ਪਰਿਵਾਰ ਦੀ ਬੀਬੀ ਬੇਨਤੀ, ਆਪਾਂ ਥਾਂ ਥਾਂ ਤੇ ਆਪਾਂ ਸਿੱਖ ਆ ਨਾ, ਮੇਰੀ ਬੇਨਤੀ ਬਾਕੀ ਦੀਆਂ ਭਾਵੇਂ ਭੁੱਲ ਜਾਣੋ, ਜਿਹੜੀ ਅਰਦਾਸ ਹੈ ਨਾ, ਇਹਦੇ ਨਾਲ ਨਾ ਟੁੱਟਿਆ ਜਾਏ। ਜਿਹਦੇ ਕੋਲ ਅਰਦਾਸ ਹੈ ਉਹ ਨਾ ਇੱਥੇ ਹਾਰੇ ਤੇ ਨਾ ਉੱਥੇ ਹਾਰੇ।
ਸਾਡੇ ਗੁਰੂ ਦੀ ਹਦਾਇਤ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਿਹੜੀ ਤੇਰੇ ਅੰਦਰ ਦਰਦ ਹੈ ਨਾ, ਉਹ ਗੁਰੂ ਨੂੰ ਦੱਸ ਦੇ, ਗੁਰੂ ਤੇਰੀ ਦਰਦ ਅੰਦਰ ਦੀ ਦਰਦ ਦਾ ਇਲਾਜ ਕਰੇਗਾ। ਸਿੱਖ ਪਰਿਵਾਰ ਦੀ ਬੱਚੀ ਗੈਰ ਸਿੱਖ ਪਰਿਵਾਰ ਵਿੱਚ ਵਿਆਹੀ ਗਈ, ਤੇ ਜਦੋਂ ਉਹ ਬੀਬੀ ਬਾਣੀ ਪੜ੍ਹਦੀ, ਉਹਦੀ ਸੱਸ ਨੂੰ ਚੰਗਾ ਨਹੀਂ ਲੱਗਦਾ। ਮੈਂ ਜਿਹੜੀ ਬੇਨਤੀ ਤੁਹਾਨੂੰ ਸੁਣਾ ਰਿਹਾ ਨਾ, ਇਹ ਲਿਖਤੀ ਸਾਖੀ ਜੇ ਕਈ ਗੱਲਾਂ ਹੁੰਦੀਆਂ ਨੇ ਕੋਲੋਂ ਘੜੀਆਂ, ਪਰ ਇੱਕ ਗੱਲ ਘੜੀ ਨਹੀਂ, ਇਹ ਸਾਡੇ ਇਤਿਹਾਸ ਵਿੱਚ ਦਰਜ ਹੈ। ਜਿਹੜਾ ਸਿੱਖ ਹੈ ਉਹਦਾ ਜੀਵਨ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਵਡਿਆਈਆਂ। ਹੁਣ ਬੀਬੀ ਦੇ ਜੀਵਨ ਦਾ ਆਧਾਰ ਗੁਰਬਾਣੀ ਦੇ 700 ਦੀ ਬਾਣੀ ਨਹੀਂ ਪੜ੍ਹਨ ਦਿੰਦੀ, ਕਰੇ ਵਿਚਾਰੀ ਕੀ। ਉਸ ਬੀਬੀ ਨੇ ਇੱਕ ਆਪਣਾ ਫਾਰਮੂਲਾ ਬਣਾ ਲਿਆ। ਕੋਠੇ ਦੀ ਛੱਤ ਉੱਪਰ ਉਹਨੇ ਮੰਜੀਆਂ ਖੜੀਆਂ ਕਰਕੇ ਤੇ ਪਾਸੇ ਕੱਪੜਾ ਤਾਣ ਕੇ, ਤੇ ਬੀਬੀ ਨੇ ਹੌਲੀ ਹੌਲੀ ਇਸ਼ਨਾਨ ਕਰਨਾ ਤੇ ਨਾਲੇ ਬਾਣੀ ਪੜ੍ਹਨੀ। ਉਹਨੇ ਅਰਦਾਸਾਂ ਕਰਨੀਆਂ। ਮਨ ਦੀ ਅਵਸਥਾ ਹੈ, ਕਈ ਵਾਰ ਮਨ ਧੀਰਜ ਵਿੱਚ ਹੁੰਦਾ ਤੇ ਕਈ ਵਾਰ ਮਨ ਕਾਹਲੀ ਚ ਹੁੰਦਾ ਹੈ। ਆਪਾਂ ਬਾਣੀ ਚ ਪੜ੍ਹਦੇ ਹਾਂ, ਕਬਹੂ ਜੀੜਾ ਉਹ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਬੀਬੀ ਦਾ ਮਨ ਵਿਆਕਲ ਹੋਇਆ, ਕਹਿਣ ਲੱਗੀ, ਮੇਰੇ ਮਹਾਰਾਜ, ਇੱਕ ਪਾਸੇ ਤੂੰ ਕਹਿੰਦਾ ਵੀ ਲੋਕ ਪ੍ਰਲੋਕ ਬੌੜਦਾ ਹੈ, ਮੈਨੂੰ ਮੇਰੀ ਸੱਸ ਇੱਥੇ ਨਹੀਂ ਬਾਣੀ ਪੜ੍ਹਨ ਦਿੰਦੀ, ਅੱਗੇ ਮੈਨੂੰ ਕੀ ਪਤਾ ਵੀ ਕਦੋਂ ਬੌੜੇਗਾ, ਜੇ ਇੱਥੇ ਨਹੀਂ ਬੌੜਦਾ ਤੇ। ਇਹ ਉਸੇ ਸਮੇਂ ਦੀ ਘਟਨਾ ਜਿਹੜੀ ਮੈਂ ਪਹਿਲਾਂ ਸਾਖੀ ਸੁਣਾਈ ਹੈ। ਉੱਥੇ ਲਿਖਿਆ ਵੀ ਜਿੱਥੇ ਉਸ ਬੀਬੀ ਦਾ ਘਰ ਸੀ, ਗਲੀ ਬੜੀ ਤੰਗ ਹੈ। ਸ਼ਹਿਰਾਂ 'ਚ ਗਲੀਆਂ ਬੜੀਆਂ ਤੰਗ ਹੁੰਦੀਆਂ ਨੇ ਕਈ ਥਾਵਾਂ ਤੇ, ਗਲੀ ਬੜੀ ਤੰਗ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਘੋੜੇ ਤੇ ਚੜੇ ਗਏ, ਆਵਾਜ਼ ਮਾਰੀ, ਕਹਿਣ ਲੱਗੇ, ਧੀਏ ਜਿਹਨੂੰ ਆਵਾਜ਼ਾਂ ਮਾਰਦੀ ਉਹ ਥੱਲੇ ਆ ਗਿਆ, ਬੱਚੀਏ ਨਿਗਾਹ ਤਾਂ ਮਾਰ ਲਾ। ਬੀਬੀ ਦੇ ਮਨ ਵਿੱਚ ਵਿਰਾਗ ਆਇਆ, ਚਾਹ ਚੜ ਗਿਆ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧੀਏ ਜਜ਼ਬਾਤੀ ਨਾ ਹੋ, ਆਪਣੇ ਤਨ ਨੂੰ ਢੱਕ, ਕੱਪੜੇ ਪਾ ਤੇ ਮੈਂ ਥੱਲੇ ਖਲੋਤਾ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬੀਬੀ ਦੇ ਘਰ ਜਾ ਕੇ ਉਹਨੂੰ ਕਰਤਾਰਤ ਕੀਤਾ। ਇਹ ਹਰ ਥਾਂ ਤੇ ਬੌੜਦਾ ਜੇ, ਇਹ ਹਰ ਥਾਂ ਤੇ ਬੌੜਦਾ ਜੇ। ਇੱਕ ਸਾਖੀ ਸਾਡੇ ਇਤਿਹਾਸ ਵਿੱਚ ਬੜੀ ਇੰਪੋਰਟੈਂਟ ਕਹਿ ਕੇ ਸਮਾਪਤੀ ਕਰਾਂ, ਉਹ ਇਹ ਹੈ, ਇੱਕ ਆਕਲ ਨਾਮ ਦਾ ਸਿੱਖ, ਜ਼ਿਲ੍ਹੇ ਅੰਮ੍ਰਿਤਸਰ 'ਚ ਉਹਦਾ ਪਿੰਡ ਹੈ, ਲੱਕੜੀ ਕੱਟਣ ਦਾ ਕੰਮ ਕਰਦਾ ਹੈ। ਉਹਨੇ ਗੁਰੂ ਰਾਮਦਾਸ ਪਾਤਸ਼ਾਹ ਤੋਂ ਸਿੱਖੀ ਗ੍ਰਹਿਣ ਕੀਤੀ ਤੇ ਉਹਦੇ ਘਰ ਬੇਟੀ ਜੰਮੀ, ਨਾਂ ਰੱਖਿਆ ਸੂਰਤੀ। ਸਮੇਂ ਦੇ ਨਾਲ ਉਹ ਬੀਬੀ ਸ਼ਾਦੀ ਦੇ ਯੋਗ ਹੋਈ। ਉਦੋਂ ਰਿਵਾਜ ਹੁੰਦਾ ਸੀ ਕਿ ਲਾਗੀ ਲੋਕ ਰਿਸ਼ਤੇ ਕਰਨ ਜਾਂਦੇ ਸਨ। ਲਾਗੀ ਸਮੇਂ ਦੇ ਨਾਲ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ, ਪਹਿਲਾਂ ਲਾਗੀ ਕਰਦੇ ਸਨ, ਸਾਡੇ ਮੌਕੇ ਵਿਚੋਲੇ ਹੋ ਗਏ। ਹੁਣ ਅਖਬਾਰਾਂ ਦੀ ਮਿਹਰਬਾਨੀ ਵੀ ਪਤਾ ਨਹੀਂ ਉਹਨੇ ਕਿੱਥੇ ਕਿੱਥੇ ਲੈ ਜਾਣਾ, ਅਖਬਾਰਾਂ ਦਾ ਹੀ ਵਿਆਹ ਲੱਗ ਪਏ ਨੇ। ਰੋਹ ਵਿਚਾਰ ਬੀਬੀ ਦਾ ਵਿਆਹ ਹੋਇਆ ਤੇ ਕੁੜਮਾਂ ਦੀ ਰੋਹ ਰੀਤ ਤੋਂ ਪਤਾ ਚੱਲਿਆ ਵੀ ਇਹ ਸਖੀ ਸਬਰ ਨੂੰ ਭੂਤਾਂ ਵਾਲੇ ਬਾਬੇ ਨੂੰ ਮੰਨਦੇ ਨੇ, ਕਿਉਂਕਿ ਬੰਦੇ ਦੇ ਤੌਰ ਤਰੀਕੇ ਤੋਂ ਪਤਾ ਚੱਲਦਾ ਵੀ ਇੱਕ ਨੂੰ ਮੰਨਦੇ ਨੇ। ਬਾਪ ਨੇ ਧੀ ਦੀ ਡੋਲੀ ਨੂੰ ਜਦੋਂ ਰਵਾਨਾ ਕੀਤਾ, ਮੈਂ ਇੱਕ ਲਫ਼ਜ਼ ਅੱਗੇ ਵੀ ਕਿਹਾ ਤੇ ਬਾਰ-ਬਾਰ ਕਹਿ ਰਿਹਾ, ਸਿੱਖ ਨੂੰ ਪੈਰ ਪੈਰ ਤੇ ਅਰਦਾਸ ਕਰਨੀ ਚਾਹੀਦੀ ਹੈ। ਦਸਮ ਪਾਤਸ਼ਾਹ ਦਾ ਕਿਤੇ ਇਤਿਹਾਸ ਪੜ੍ਹਨਾ, ਬਸ਼ੰਬਰ ਦਾਸ ਅਜੈਨ ਵਾਲੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ 100 ਅਰਦਾਸ ਦਾ ਹਵਾਲਾ ਦਿੱਤਾ ਵੀ ਗੁਰਮੁਖਾ ਕਿਹੜੇ ਕਿਹੜੇ ਟਾਈਮ ਤੇ ਅਰਦਾਸ ਕਰਨੀ। ਦਸਮ ਪਾਤਸ਼ਾਹ ਦੇ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ। ਬਾਪ ਨੇ ਅਰਦਾਸ ਕੀਤੀ, ਮਹਾਰਾਜ ਮੈਂ ਧੀ ਨੂੰ ਜਨਮ ਤਾਂ ਦਿੱਤਾ, ਪਰ ਇਹਨੂੰ ਕਰਮ ਤੂੰ ਬਦਲਨੇ ਨੇ। ਕਰਮ ਕਰਦੇ, ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਕਰਮ ਕਹਿੰਦੇ ਨੇ ਭਾਗਾਂ ਨੂੰ। ਅਰਦਾਸ ਕਰਕੇ ਬਾਪ ਨੇ ਧੀ ਦੀ ਡੋਲੀ ਨੂੰ ਤੋੜ ਦਿੱਤਾ। ਧੀ ਬਾਣੀ ਪੜ੍ਹਨ ਲੱਗ ਪਈ। ਬਾਣੀ ਜਿਹੜੀ ਹੈ ਨਾ, ਇਹ ਵਾਹਿਗੁਰੂ ਨਾਲ ਸਾਨੂੰ ਮਿਲਾਉਂਦੀ ਹੈ, ਜੋੜਦੀ, ਕਿਉਂਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਿਹੜਾ ਧੁਰ ਕੀ ਬਾਣੀ ਪੜੇਗਾ ਉਹ ਧੁਰ ਨਾਲ ਜੁੜ ਜਾਏਗਾ। ਧੁਰ ਕੀ ਬਾਣੀ ਪੜਨਾ, ਆਪਾਂ ਧੁਰ ਨਾਲ ਜੁੜ ਜਾਵਾਂਗੇ, ਧੁਰੇ ਨਾਲ ਬੁੱਢ ਨਾਲ।
ਬੀਬੀ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ, ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲਾ। ਡੋਲੀ ਥੋੜੀ ਜਿਹੀ ਅੱਗੇ ਗਈ, ਕੰਨਾਂ 'ਚ ਆਵਾਜ਼ ਪਈ, ਉੱਥੇ ਆਸਾ ਦਾ ਵਿਆਰ ਦਾ ਕੀਰਤਨ ਹੋ ਰਿਹਾ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਸੁਭਾਏ ਮਾਨ ਨੇ। ਬਲਹਾਰੀ ਗੁਰ ਆਪਣੇ ਦਿਵਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤਨ ਲਾਗੀ ਵਾਰ। ਮਹੱਲਾ ਦੂਜਾ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚੰਨ ਹੁੰਦਿਆਂ ਗੁਰਬਿਨ ਘੂਰ ਅੰਧਾਰ। ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਕੰਨਾਂ 'ਚ ਆਵਾਜ਼ ਪਈ। ਡੋਲੀ ਚੁੱਕਣ ਵਾਲੇ ਬਜ਼ੁਰਗਾਂ ਨੂੰ ਬੀਬੀ ਕਹਿਣ ਲੱਗੀ, ਤਾਇਆ ਜੀ ਮੈਂ ਤੁਹਾਡੀ ਧੀ ਹਾਂ। ਤੇ ਗੁਰੂ ਨੇ ਢੋਲ ਟਕਾਇਆ ਪਿਆ, ਆਪਾਂ ਸਤਿਗੁਰੂ ਪਾਤਸ਼ਾਹ ਨੂੰ ਮੱਥਾ ਟੇਕ ਚਲੀਏ। ਗੁਰੂ ਤਕਦੀਰ ਬਦਲ ਦਿੰਦਾ ਹੈ। ਬੀਬੀ ਦੇ ਨਾਲ ਉਹ ਬਜ਼ੁਰਗ ਵੀ ਤੁਰ ਪਏ ਜਿਹਨਾਂ ਡੋਲੀ ਮੋਢਿਆਂ ਤੇ ਚੁੱਕੀ ਸੀ। ਉਹਨੂੰ ਕਹਾਰ ਕਹਿੰਦੇ ਨੇ ਆਪਣੇ ਪੰਜਾਬੀ 'ਚ, ਅੰਗਰੇਜ਼ੀ ਵਿੱਚ ਕਹਿੰਦੇ ਪਲੈਂਕਨ ਬੀਅਰ। ਮੱਥਾ ਟੇਕਿਆ, ਅੰਦਰ ਦੀ ਦਰਦ ਬਾਹਰ ਨਿਕਲੀ। ਬੀਬੀ ਭੁੱਮਾ ਮਾਰ ਕੇ ਰੋ ਪਈ। ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ, ਬੱਚੀਏ ਧੀਏ, ਅੰਮ੍ਰਿਤ ਵੇਲਾ ਰੋਣ ਲਈ ਹੁੰਦਾ? ਅੰਮ੍ਰਿਤ ਵੇਲਾ ਤਾਂ ਆਪਣਾ ਬਾਪੂ ਕਹਿ ਗਿਆ, ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ। ਮੇਰੇ ਪਿਤਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਫਰਮਾ ਗਏ ਨੇ, ਚਲਾਂਗੇ ਉਠ ਨਾਮ ਜਪ, ਨਿਸਬਾਸਰ ਅਰਾਧ, ਕਾਰਾ ਤੁਝ ਨ ਵਿਆਪੀ, ਨਾਨਕ ਮਿਟਿਓ ਪਾਦ। ਤੈਨੂੰ ਕੋਈ ਦੁੱਖ ਨਹੀਂ ਆਏਗਾ, ਤੂੰ ਕਿਉਂ ਰੋਣੀ? ਕਹਿਣ ਲੱਗੀ, ਜਿਵੇਂ ਸਖੀ ਸਰਵਰੀਆਂ ਦੀ ਵਿਆਹੀ ਕੀ, ਪਤਾ ਨਹੀਂ ਮੁੜ ਕੇ ਤੁਹਾਡੇ ਕੋਲ ਆਉਣ ਦੇਣ ਕਿ ਨਾ ਆਉਣ। ਕੋਲੋਂ ਭਾਈ ਗੁਰਦਾਸ ਕਹਿਣ ਲੱਗੇ, ਬੱਚੀਏ ਤੇਰੇ ਕਰਮ ਬਦਲ ਗਈ, ਕਰਮ ਬਦਲ ਗਏ ਨੇ ਹੁਣ ਤੇਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬੀਬਾ ਤੂੰ ਤਾਂ ਬ੍ਰਹਮ ਗਿਆਨੀ ਦੀ ਮਾਂ ਬਣਨਾ ਹੈ, ਤੇਰੀ ਕੁੱਖ ਤੋਂ ਬ੍ਰਹਮ ਗਿਆਨੀ ਪੁੱਤਰ ਨੇ ਜਨਮ ਲੈਣਾ ਹੈ। ਘਰ ਚਲਾ ਗਿਆ ਉਹਦਾ ਪਤੀ ਤੇ ਉਹ ਬੀਬੀ। ਉਹਨੇ ਜਾਂਦਿਆਂ ਸਰ ਪਹਿਲਾਂ ਜਿਹੜਾ ਦਵਾਖੇ ਵਾਲਾ ਦੀਵਾ ਸੀ ਨਾ, ਉਹਨੂੰ ਭੰਨਿਆ ਤੇ ਦਵਾਖਾ ਤੋੜਿਆ। ਦਵਾਖਾ ਗੁਰੂ, ਮੈਂ 6 ਤਰ੍ਹਾਂ ਦੇ ਗੁਰੂ ਆਪਣੇ ਚਾਚੇ ਸੰਤ ਕਰਤਾਰ ਸਿੰਘ ਕੋਲੋਂ ਪੜ੍ਹੇ ਨੇ। ਇੱਕ ਦਵਾਖੇ ਗੁਰੂ ਦੇ ਬਾਰੇ ਮੇਰਾ ਭਰਾ ਭਾਈ ਅਮਰੀਕ ਸਿੰਘ ਸ਼ਹੀਦੋ 84 ਦੇ ਸ਼ਹੀਦ ਹੋਇਆ ਨਾ, ਮੈਨੂੰ ਉਹ ਦਾਦਰ ਦੇ ਗੁਰਦੁਆਰੇ ਕਹਿਣ ਲੱਗਾ, ਭਾਉ ਇੱਕ ਮੇਰੇ ਕੋਲ ਵੀ ਗੁਣ ਲੈ ਲਾ। ਮੈਂ ਕਿਹਾ ਦੱਸ ਕੀ? ਕਹਿੰਦਾ ਤੂੰ ਪਿਤਾ ਜੀ ਦੇ ਕੋਲੋਂ 6 ਗੁਰੂਆਂ ਬਾਰੇ ਪੜ੍ਹਿਆ ਵੀ, ਦੀਪਕ ਗੁਰੂ, ਚੰਦਨ ਗੁਰੂ, ਬਾਮਨ ਗੁਰੂ, ਇੱਕ ਮੇਰੇ ਕੋਲ ਵੀ ਸਕਲਾ। ਮੈਂ ਕਿਹਾ ਕਿਹੜਾ? ਕਹਿੰਦਾ ਦਵਾਖਾ ਗੁਰੂ। ਮੈਂ ਕਿਹਾ ਉਹ ਕੀ ਹੁੰਦਾ ਹੈ? ਕਹਿੰਦਾ ਵੀਰਵਾਰ ਵਾਲੇ ਦਿਹਾੜੇ ਕੋਈ ਦਵਾਖੇ ਦੀਵਾ ਰੱਖੋ ਤੇ ਸਿਰ ਮਾਰਦੇ ਨੇ, ਸਿਰ ਮਾਰਦੇ ਨੇ, ਉਹਨੂੰ ਚਰਖਾ ਗੁਰੂ ਵੀ ਕਹਿੰਦੇ ਨੇ। ਮੈਂ ਕਿਹਾ ਜੀ ਠੀਕ ਹੈ। ਉਹਨੇ ਜਾ ਕੇ ਉਹ ਦਵਾਖਾ ਭੰਨ ਦਿੱਤਾ ਤੇ ਭਾਈਚਾਰਾ ਕਹਿਣ ਲੱਗਾ ਮੱਤ ਮਾਰੀ ਗਈ। ਕਹਿਣ ਲੱਗਾ ਮੱਤ ਮਾਰੀ ਨਹੀਂ ਗਈ, ਮੱਤ ਆਈ ਹੋਣਾ। ਮੱਤ ਮਾਰੀ ਨਹੀਂ ਗਈ, ਮੱਤ ਆਈ ਹੋਣਾ। ਕਿਉਂਕਿ ਸਾਨੂੰ ਕਲਗੀਧਰ ਬਾਪੂ ਨੇ ਸੁਚੇਤ ਕੀਤਾ, ਸਿੱਖਾ ਜਾਗਤ ਜੋਤ ਜਪੇ ਨਿਸਬਾਸਰ, ਏਕ ਬਿਨਾ ਮਨ ਨੈ ਗਨ ਆਨੇ, ਪੂਰਨ ਪ੍ਰੇਮ ਪ੍ਰਤੀਤ ਸੱਜੇ ਬ੍ਰਤ ਗੋਰ ਮੜੀ ਮਟ ਭੁੱਲ ਮੰਨ, ਭੁੱਲ ਕੇ ਵੀ ਨਾ ਮੰਨ। ਆਖਰ ਸਮੇਂ ਦੇ ਨਾਲ ਬੀਬੀ ਦੇ ਘਰ ਬੱਚਾ ਆਇਆ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਆਏ ਤੇ ਬੱਚੇ ਨੂੰ ਗੁਰਦੇਵ ਦੀ ਝੋਲੀ 'ਚ ਪਾ ਕਹਿਣ ਲੱਗੇ, ਪਾਤਸ਼ਾਹ ਤੁਸੀਂ ਦਾਤ ਦਿੱਤੀ ਹੈ, ਇਹਦਾ ਨਾਂ ਰੱਖੋ। ਤੇ ਸਤਿਗੁਰੂ ਪਾਤਸ਼ਾਹ ਨੇ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗੇ, ਧੀਏ ਰਾਣੀ ਦਾ ਨਾਮ ਰੂਪਚੰਦ ਰੱਖ ਦਿੱਤਾ। ਰੂਪਚੰਦ, ਇਹਦਾ ਨਾਂ ਰੂਪਚੰਦ ਰੱਖ ਦਿੱਤਾ। ਸਮਾਂ ਆਇਆ, ਉਹ ਬੱਚਾ 14-15 ਸਾਲ ਦਾ ਹੋਇਆ, ਆਪਣੇ ਬਾਪ ਨੇ ਲੱਕੜਾਂ ਕੱਟਣ ਗਿਆ। ਪਾਣੀ ਦਾ ਕੂਨਾ ਉੱਪਰ ਜੰਡ ਤੇ ਵੱਧਾ ਤੇ ਬਾਪ ਨੇ ਆਖਿਆ, ਪੁੱਤਰ ਪਾਣੀ ਲਾ, ਪਿਆਸ ਬੜੀ ਲੱਗੀ ਹੈ। ਬੇਟੇ ਨੇ ਪਾਣੀ ਦਾ ਕੂਨਾ ਥੱਲੇ ਲਾਇਆ। ਕਹਿਣ ਲੱਗਾ, ਬਾਪੂ ਇਹ ਗੱਲ ਕਰਾਂ? ਕਹਿੰਦਾ, ਪੁੱਤ ਦੱਸ। ਕਹਿੰਦਾ ਵੀ ਜੇ ਪਾਣੀ ਕਿਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਪੀ ਲੈਣ ਨਾ ਤੇ ਮੇਰਾ ਮਨ ਕਹਿੰਦਾ ਵੀ ਆਪਣਾ ਲੋਕ ਪਰਲੋਕ ਸੌਰ ਜਾਏਗਾ। ਬਾਪ ਕਹਿਣ ਲੱਗਾ, ਬੇਟਾ ਕਿਹੋ ਜਿਹੀਆਂ ਭੂਲੀਆਂ ਗੱਲਾਂ ਕਰਦਾ ਹੈ? ਜਿਹੜੇ ਗੁਰੂ ਨੂੰ ਲੋਕੀ ਦਿਸ਼ਾਲੇ ਭੇੜ ਕਰਦੇ ਨੇ, 1.25 ਲੱਖ ਦੀ ਕਾਟੀ ਤੇ 1.25 ਲੱਖ ਦਾ ਘੋੜਾ ਭੇੜ ਕਰਦੇ ਨੇ, ਭਲਾ ਪਾਣੀ ਪੀਣ ਲਈ ਆਏਗਾ? ਬੱਚਾ ਬੜਾ ਸਮਝਦਾਰ ਸੀ, ਜਿਹਨੂੰ ਕਹਿੰਦੇ ਹੁਣ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਂਤ। ਕਹਿੰਦਾ, ਬਾਪੂ ਜੀ ਤੁਸੀਂ ਆਪਣੀ ਥਾਂ ਠੀਕ ਹੋ, ਪਰ ਬੇਬੇ ਕਹਿੰਦੀ ਹੁੰਦੀ ਐ
ਬੇਬੇ ਨਾਨਕੀ ਨੇ ਪ੍ਰਸ਼ਾਦਾ ਪਕਾਇਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਚੇਤੇ ਕੀਤਾ, ਮਦੀਨੇ ਤੋਂ ਇੱਥੇ ਆ ਗਿਆ। ਬੇਬੇ ਨੇ ਮੈਨੂੰ ਹੋਰ ਵੀ ਕਈ ਸਾਖੀਆਂ ਸੁਣਾਈਆਂ ਨੇ। ਕਹਿੰਦੀ ਸੀ ਰਾਮਚੰਦਰ ਜੀ ਨੇ ਭਿਲਨੇ ਦੇ ਜੂਠੇ ਬੇਰ ਖਾਧੇ, ਕ੍ਰਿਸ਼ਨ ਮਹਾਰਾਜ ਨੇ ਬਿਦਰ ਦਾ ਅਲੂਣਾ ਸਾਗ ਖਾਧਾ। ਸਾਡੇ ਕੋਲ ਸਾਗ ਨਹੀਂ, ਸਾਡੇ ਕੋਲ ਭਾਈ ਲਾਲੋ ਵਾਲਾ ਕੋਦਰਾ ਨਹੀਂ, ਪਰ ਗਰੀਬਾਂ ਕੋਲ ਪਾਣੀ ਤਾਂ ਪੀ ਜਾਏ ਕਰ। ਬੇਟੇ ਦੀ ਗੱਲ ਸੁਣ ਕੇ ਕਹਿਣ ਲੱਗਾ, ਪੁੱਤਰਾ ਤੇਰੀ ਮਰਜ਼ੀ। ਅਰਦਾਸ ਕੀਤੀ। ਆਪਾਂ ਪੜ੍ਹਦੇ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਜ ਨਾ ਆਇਓ। ਜੇ ਕਿਤੇ ਇੱਕ ਚਿੱਤ ਹੋ ਕੇ ਅਰਦਾਸ ਕੀਤੀ ਜਾਏ 84 ਕੱਟੀ ਜਾਂਦੀ। ਅਰਦਾਸ ਕੀਤੀ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰੂ ਅਰਜਨ ਸੱਚੇ ਪਾਤਸ਼ਾਹ ਉੱਥੋਂ 30 ਕੋ ਨੇ 40 ਮੀਲ ਦੇ ਕਰੀਬ ਘੋੜੇ ਤੇ ਚੜੇ ਆਏ। ਕਹਿਣ ਲੱਗੇ, ਗੁਰਮੁਖੋ ਪਿਆਸ ਲੱਗੀ, ਕੋਈ ਪਾਣੀ ਦੀ ਘੁੱਟ ਪਿਆਏ। ਬਾਪ ਕਹਿਣ ਲੱਗਾ, ਪੁੱਤਰਾ ਜਿਹਨੂੰ ਯਾਦ ਕਰਦਾ ਸਾਂ ਆ ਗਏ ਨੇ ਉਹ। ਪੁੱਤ ਨੇ ਪਾਣੀ ਦਾ ਕੂਨਾ ਥੱਲੇ ਲਾਇਆ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ, ਬੇਟਾ ਪਹਿਲਾਂ ਤੂੰ ਛਕ। ਕਹਿੰਦਾ ਜੀ ਰੋਜ਼ ਹੀ ਪੀਦਾ, ਅੱਜ ਮੇਰੇ ਮਨ ਦੀ ਭਾਵਨਾ ਵੀ ਪਾਣੀ ਪ੍ਰਸ਼ਾਦ ਬਣ ਜਾ। ਹਜ਼ੂਰ ਹੱਸ ਕੇ ਕਹਿਣ ਲੱਗੇ, ਬੱਚੂ ਕਿਵੇਂ? ਕਹਿੰਦੇ ਜੇ ਮੈਂ ਪਾਣੀ ਪੀਤਾ ਤੇ ਝੂਠਾ ਹੋ ਜਾਏਗਾ, ਜੇ ਤੁਸੀਂ ਪੀ ਲਿਆ ਤੇ ਪ੍ਰਸ਼ਾਦ ਬਣ ਜਾਏਗਾ। ਮੇਰੇ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਜਲ ਛਕਿਆ, ਭਾਈ ਸਾਧੂ ਨੇ ਛਕਿਆ, ਭਾਈ ਰੂਪਚੰਦ ਨੇ ਛਕਿਆ ਤੇ ਗੁਰੂ ਨੇ ਆਖਿਆ, ਮੇਰਾ ਘਰ ਤੇਰਾ ਘਰ, ਤੇਰਾ ਖੀਸਾ ਮੇਰਾ ਖੀਸਾ, ਆਪਣੇ ਚ ਕੋਈ ਭੇਦ ਨਹੀਂ। ਇਹ ਗੁਰੂ ਅਰਜਨ ਸੱਚੇ ਪਾਤਸ਼ਾਹ ਜਿਹੜਾ ਪਾਣੀ ਦੀ ਘੁੱਟ ਤੇ ਗੁਰਮੁਖੋ ਆਪਣਾ ਬਣਾ ਲੈਂਦਾ ਹੈ। ਇਹ ਗੁਰੂ ਹਰਗੋਬਿੰਦ ਉਹ ਸੱਚਾ ਪਾਤਸ਼ਾਹ ਜਿਹੜਾ ਇੱਕ ਟਕੇ ਤੇ ਲੋਕ ਸਵਾਰ ਦਿੰਦਾ ਹੈ। ਆਪਾਂ ਜੇ ਗੁਰੂ ਦਾ ਪੁਰਬ ਮਨਾ ਰਹੇ ਹਾਂ ਨਾ, ਤੇ ਆਪਾਂ ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰੀਏ। ਕਦੇ ਕੀਤਾ ਸੀ, ਮੇਰੇ ਇਲਾਕੇ ਦਾ ਹੋਇਆ, ਬਾਬਾ ਬਿਧੀ ਚੰਦ ਪੱਟ ਵਿੱਚ ਬੈਠ ਗਿਆ, ਪਾਤਸ਼ਾਹ ਡੋਲੀ ਬੈਠੇ ਪਾਣੀ ਪਵਾਈ ਜਾ ਰਹੇ ਨੇ, ਡੋਲੀ ਬੈਠੇ ਸ਼ਬਦ ਪੜਦਾ, ਤਾਤੀ ਵਾਉਣ ਲੱਗੀ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਤੇ ਰਾਮ ਕਰ ਕਦੋਂ ਹੋਵੇਗੀ? ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਇਹ ਰਾਮ ਦੀ ਕਾਰ ਤਦੋਂ ਹੋਵੇਗੀ ਜੇ ਆਪਾਂ ਪੂਰੇ ਗੁਰੂ ਦੇ ਲੜ ਲੱਗਾਂਗੇ। ਤੇ ਗੁਰੂ ਦਿੰਦਾ ਕੀ ਹੈ? ਰਾਮ ਨਾਮ ਔਖ ਦੀਆ ਏਕਾ ਲਿਵਲਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਾਈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਜਿਵੇਂ ਉਸ ਘਾਈ ਸਿੰਘ ਤੇ ਕਿਰਪਾ ਕੀਤੀ, ਜਿਵੇਂ ਬਾਬੇ ਬਿਧੀ ਚੰਦ ਤੇ ਕੀਤੀ। ਪਰ ਬਾਬੇ ਬਿਧੀ ਚੰਦ ਤੇ ਕਿਰਪਾ ਕਰਨ ਦਾ ਖਾਸ ਕਾਰਨ ਜੇ ਆਪਾਂ ਮੰਗਦੇ ਬੜਾ ਕੁਛ ਆ। ਜਦੋਂ ਗੁਰੂ ਪਾਤਸ਼ਾਹ ਲਈ ਘੋੜੇ ਲੈ ਕੇ ਆ ਨਾ ਬਾਬਾ ਬਿਧੀ ਚੰਦ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਅਸੀਂ ਤੇਰੇ ਤੇ ਬੜੇ ਖੁਸ਼ ਹਾਂ, ਜੋ ਮੰਗਣਾ ਮੰਗ। ਬਾਬਾ ਬਿਧੀ ਚੰਦ ਨੇ ਆਖਿਆ, ਮੇਰੀ ਮੰਗ ਤੇਰੀ ਖੁਸ਼ੀ ਹੈ। ਜੇ ਤੂੰ ਖੁਸ਼ ਹੈ ਨਾ ਤੇ ਮੈਨੂੰ ਸਾਰਾ ਕੁਝ ਮਿਲ ਗਿਆ, ਤੇਰੀ ਖੁਸ਼ੀ ਹੀ ਮੇਰੀ ਮੰਗ ਹੈ। ਕਹਿੰਦੇ ਕੁਝ ਨਾ ਕੁਝ ਤਾਂ ਮੰਗ। ਜੋ ਬਾਬੇ ਬਿਧੀ ਚੰਦ ਨੇ ਮੰਗਿਆ ਮੈਂ ਵੀ ਮੰਗਦਾ ਗੁਰੂ ਲਈ, ਆਪ ਸਾਰਿਆਂ ਲਈ। ਨਾਮ ਦਾ ਰੰਗ, ਸਾਧ ਦਾ ਸੰਗ, ਨੇਚਾ ਭੰਗ। ਨਾਮ ਦਾ ਰੰਗ ਚਾੜ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਬਖਸ਼, ਮੇਰਾ ਮਨ ਅਡੋਲ ਹੋ ਜਾਏ, ਹੋਰ ਕੋਈ ਮੰਗ ਨਹੀਂ। ਜਦੋਂ ਇਹ ਮੰਗ ਮੰਗੀ ਨਾ ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੇਨਾ, ਕਮੀ ਕਿਸੇ ਗੱਲ ਕੀ ਨਾ। ਸਤਿਗੁਰੂ ਪਾਤਸ਼ਾਹ ਰਹਿਮਤਾਂ ਸਾਡੇ ਤੇ ਵੀ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।